ਕਿਹੜੀ ਲੌਬੀ ਹੈ ਜਿਹੜੀ ਕਹਿੰਦੀ ਹੈ ਕਿ ਸੈਣੀ ਨੂੰ ਮਤਲਬ ਸ਼ਾਬਾਸ਼ੀ ਦਿੰਦੀ ਹੈ ਕਿ ਉਹ ਬੜੀ ਘੱਟ ਏਜ ਤੇ ਡੀਜੀਪੀ? ਮੈਨੂੰ ਜ਼ਰਾ 5 ਜਾਣਿਆਂ ਦੇ ਤੁਸੀਂ ਨਾਂ ਵੀ ਗਿਣਾ ਕੇ ਦਿਖਾਓ। ਸਭ ਤੋਂ ਪਹਿਲਾਂ 2008 ਦੇ ਵਿੱਚ ਜਦੋਂ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਤਾਂ ਪੰਜਾਬ ਦੀ ਗਵਰਨਮੈਂਟ ਉਸ ਵਕਤ ਜਿਹੜੀ ਮੌਜੂਦਾ ਸੀ ਅਕਾਲੀ ਭਾਜਪਾ ਸਰਕਾਰ, ਉਹਨਾਂ ਨੇ ਕਿਹਾ ਵੀ ਇਹਨੇ ਤੇ ਅੱਤਵਾਦ ਦੇ ਖਿਲਾਫ ਬੜਾ ਸੋਹਣਾ ਕੰਮ ਕੀਤਾ। ਇਹ ਸਭ ਤੋਂ ਵੱਡੀ ਲੌਬੀ ਇਹ ਹੈ। ਮੈਂ ਇੱਕ ਚੈਨਲ ਦੇ ਉੱਤੇ ਇੱਕ ਵਾਰੀ ਇੰਟਰਵਿਊ ਦਿੰਦਿਆਂ ਡਿਬੇਟ ਚੱਲ ਰਹੀ ਸੀ ਤੇ ਮੈਂ ਕਹਿ ਬੈਠਾ ਕਿ ਸੁਮੇਧ ਸੈਣੀ ਨੂੰ ਜਿਹੜੀ ਸਰਕਾਰ ਨੇ ਡੀਜੀਪੀ ਲਾਇਆ ਹੈ ਔਰ ਉੱਥੇ ਕਾਂਗਰਸ, ਅਕਾਲੀ, ਬੀਜੇਪੀ ਦੇ ਲੀਡਰਸ ਬੈਠੇ ਸੀ ਨਾਲ ਡਿਬੇਟ ਦੇ ਵਿੱਚ, ਤੇ ਮੈਂ ਕਹਿ ਬੈਠਾ ਤੇ ਮੈਂ ਕੋਟ ਵੀ ਕਰਾਂਗਾ, ਆਈ ਥਿੰਕ ਮਿਸਟਰ ਵਿਰਸਾ ਸਿੰਘ ਵਲਟੋਆ ਸੀਗੇ, ਉਹਨਾਂ ਨੇ ਉੱਧਰੋਂ ਸਟੇਟਮੈਂਟ ਓਪਨਲੀ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਕਿ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਇਆ। ਦੇਖੋ, ਨਾ ਮੈਂ ਕਾਂਗਰਸ ਨੂੰ ਬਿਲੋਂਗ ਕਰਦਾ, ਨਾ ਬੀਜੇਪੀ ਨੂੰ, ਨਾ ਅਕਾਲੀ ਦਲ ਨੂੰ, ਨਾ ਹੀ ਆਮ ਆਦਮੀ ਪਾਰਟੀ ਨੂੰ। ਮੈਂ ਇੱਕ ਪ੍ਰੋਫੈਸ਼ਨਲ ਲਾਇਰ ਦੇ ਤੌਰ ਤੇ ਗੱਲ ਕਰ ਰਿਹਾ ਕਿ ਜੇ ਕਿਸੇ ਪਾਰਟੀ ਨੇ ਆਪਣੀ ਗਲਤੀ ਰੈਕਟੀਫਾਈ ਕੀਤੀ ਹੈ, ਅੱਜ ਅਸੀਂ ਧੱਕੇ ਨਾਲ ਸੁਮੇਧ ਸੈਣੀ ਨੂੰ ਉਸ ਪਾਰਟੀ ਦੇ ਨਾਲ ਜੋੜ ਕੇ ਉਹਨੂੰ ਕ੍ਰੈਡਿਟ ਨਾ ਦਵਾਈਏ। ਉਹ ਪਾਰਟੀ ਨੇ ਜੇ ਗਲਤੀ ਕੀਤੀ, ਉਹਨਾਂ ਨੇ ਉਹ ਗਲਤੀ ਨੂੰ ਰੈਕਟੀਫਾਈ ਕੀਤਾ, ਇਹਨੂੰ ਬਦਲ ਕੇ। ਸੈਣੀ ਕਹਿੰਦਾ ਜੀ ਮੇਰੇ ਤੇ ਵੈਂਡੇਟਾ ਹੈ ਕਿਉਂਕਿ ਮੈਂ ਕੈਪਟਨ ਦੇ ਖਿਲਾਫ ਕੰਮ ਕੀਤਾ, ਫਲਾਣੇ ਦੇ ਖਿਲਾਫ ਕੀਤਾ, ਉਹ ਸਾਰਾ ਜੋ ਬੋਲਦਾ। ਜਿਹੜੇ ਲੋਕਾਂ ਦੇ ਜਿਹੜੇ ਟੱਬਰ ਸੈਣੀ ਨੇ ਉਜਾੜੇ, ਜਿਹੜੇ ਇਨੋਸੈਂਟ ਲੋਕ ਮਾਰੇ, ਉਹਨਾਂ ਨੂੰ ਇਨਸਾਫ ਦਿਵਾਉਣਾ ਅੱਜ ਪੋਲੀਟੀਕਲ ਵੈਂਡੇਟਾ ਹੋ ਗਿਆ। ਸੁਮੇਧ ਸਿੰਘ ਸੈਣੀ ਨੂੰ ਇਹ ਕ੍ਰੈਡਿਟ ਦੇਣਾ ਕਿ ਯੰਗੈਸਟ ਡੀਜੀਪੀ ਬਣਿਆ ਤੇ ਅੱਜ ਵੀ ਕੋਈ ਲੌਬੀ ਉਹਦੇ ਨਾਲ ਹੈ, ਮੇਰੇ ਖਿਆਲ ਨਾਲ ਅੱਜ ਦੀ ਤਰੀਕ ਦੇ ਵਿੱਚ ਸੁਮੇਧ ਸੈਣੀ ਦੇ ਨਾਲ ਕੋਈ ਵੀ ਰਿਸਪੈਕਟੇਬਲ ਬੰਦਾ ਨਹੀਂ ਖੜਾ ਹੋ। ਸੈਣੀ ਦੇ ਅਗੇਂਸਟ ਜੋ ਵੀ ਚੀਜ਼ਾਂ ਹੈਗੀਆਂ, ਭਾਵੇਂ ਉਹ ਕੋਰਟ ਦੇ ਵਿੱਚ ਮੈਂ ਪ੍ਰੋਡਿਊਸ ਕੀਤੀਆਂ, ਭਾਵੇਂ ਪ੍ਰੋਸੀਕਿਊਸ਼ਨ ਨੇ ਦਿੱਤੀਆਂ, ਪਬਲਿਕ ਦੇ ਸਾਹਮਣੇ ਆਵੇ ਤਾਂ ਕਿ ਜਿਹੜੇ ਕੋਈ 2-4 ਲੋਕ ਇਹ ਸੋਚ ਰਹੇ ਸੀ ਕਿ ਸੁਮੇਧ ਸਿੰਘ ਸੈਣੀ ਇਮਾਨਦਾਰ ਆਫਿਸਰ ਹੈ, ਉਹ ਅੱਤਵਾਦ ਦੇ ਖਿਲਾਫ ਲੜਿਆ ਹੈ, ਉਹਨਾਂ ਲੋਕਾਂ ਨੂੰ ਇਹ ਸੱਚਾਈ ਮਤਲਬ ਅਸੀਂ ਜਗ ਜ਼ਾਹਿਰ ਕਰੀਏ ਕਿ ਸੁਮੇਧ ਸੈਣੀ ਨੇ ਅੱਤਵਾਦ ਨਾਲ ਲੜਨ ਦੇ ਨਾਂ 'ਤੇ ਇਨੋਸੈਂਟ ਬੰਦਿਆਂ ਨੂੰ ਐਲੀਮੀਨੇਟ ਕੀਤਾ ਹੈ। ਕਿ ਤੁਸੀਂ ਵੇਖੋਗੇ ਅਮਨ ਸਕੌਡਾ ਨਾਂ ਦੇ ਇੱਕ ਬੰਦੇ ਦੇ ਨਾਲ ਇਹਦਾ ਲਿੰਕ ਬਾਹਰ ਆਇਆ ਸੀ, ਜਿਹੜੀ ਇਨਵੈਸਟੀਗੇਸ਼ਨ ਹੀ ਦੱਬ ਦਿੱਤੀ ਗਈ। ਸੋ ਇਹਦੀ ਕਰਪਸ਼ਨ ਹੀ ਐਕਸਪੋਜ਼ ਹੋ ਰਹੀ ਸੀ। ਸਾਰੀ ਇਹਦੀ ਟੀਮ ਦੇ ਬੰਦੇ ਜਿਹੜੇ ਹੈਗੇ ਹੈ, ਤੁਸੀਂ ਵੇਖੋਗੇ ਉਹ ਕ੍ਰਿਮੀਨਲਸ ਨੇ। ਉਹ ਕਹਿਣ ਨੂੰ ਪੁਲਿਸ ਵਾਲੇ ਹੈ, ਸਭ ਤੋਂ ਤਗੜੇ ਕ੍ਰਿਮੀਨਲਸ ਉਹ ਨੇ। ਉਹ ਸਿਰੇ ਦੇ ਕਰਪਟ ਆਫਿਸਰਸ ਨੇ, ਉਹਨਾਂ ਨੂੰ ਇਹ ਬਚਾਉਂਦਾ ਆਇਆ। ਉਹ ਕਿਉਂ ਬਚਾ ਰਹੇ? ਜੇ ਆਪ ਇੰਨਾ ਇਮਾਨਦਾਰ ਸੀ ਤੇ ਕਰਪਟ ਆਫਿਸਰਸ ਨੂੰ ਬਚਾਉਣ ਦੀ ਕੋਈ ਤੁੱਕ ਹੀ ਨਹੀਂ ਬਣਦੀ। ਸੋ ਇਸ ਕਰਕੇ ਸੁਮੇਧ ਸਿੰਘ ਸੈਣੀ ਨੂੰ ਕੋਈ ਲੌਬੀ ਸਪੋਰਟ ਨਹੀਂ ਕਰ ਰਹੀ, ਨਾ ਹੀ ਕੋਈ ਬੰਦਾ ਅੱਜ ਦੀ ਤਰੀਕ ਦੇ ਵਿੱਚ ਸੁਮੇਧ ਸੈਣੀ ਦੇ ਨਾਲ ਖੜਾ ਹੈ। ਉਹ ਐਕਸਪੋਜ਼ ਹੋ ਚੁੱਕਿਆ। ਹੁਣ ਜਿਵੇਂ ਇਹਨੇ 94 ਦੇ ਵਿੱਚ ਇੱਕ ਹਿੰਦੂ ਫੈਮਿਲੀ ਐਲੀਮੀਨੇਟ ਕਰਤੀ ਪਰਸਨਲ ਦੁਸ਼ਮਣੀ ਲਈ। ਸੈਣੀ ਮੋਟਰਸ ਦੇ ਫਾਈਨੈਂਸਰ ਸੀਗੇ, ਉਹ ਬੰਦਿਆਂ ਨੂੰ ਪਰਸਨਲ ਦੁਸ਼ਮਣੀ ਲਈ ਚੁੱਕ ਕੇ ਮਾਰਤਾ। ਤੁਸੀਂ ਪੁੱਛ ਰਹੇ ਹੋ ਕਿ ਕੀ ਇਹਨੂੰ ਸਜ਼ਾ ਮਿਲੂਗੀ? ਸਜ਼ਾ ਤਾਂ ਇਹਨੂੰ 100% ਹੀ ਮਿਲੂਗੀ। ਦੇਖੋ, ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਔਰ ਤੁਸੀਂ ਆਪ ਕਹਿ ਰਹੇ ਹੋ ਕਿ ਜਿਨ੍ਹਾਂ ਲੋਕਾਂ ਨੂੰ ਨਜਾਇਜ਼ ਇਹਨੇ ਮਾਰਿਆ ਉਹ ਅਰਦਾਸਾਂ ਕਰ ਰਹੇ ਹੈ, ਉਹਨਾਂ ਦੀ ਫੈਮਿਲੀ ਮੈਂਬਰ ਅਰਦਾਸਾਂ ਕਰ ਰਹੇ। ਜੇ ਉਹ ਅਰਦਾਸਾਂ ਕਰ ਰਹੇ ਹੈ ਤੇ ਆਪਾਂ ਯਾਦ ਰੱਖੀਏ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹ ਅਰਦਾਸਾਂ ਦਾ ਫਲ ਸਾਡੇ ਸਾਹਮਣੇ ਆਉਣਾ ਹੀ ਆਉਣਾ ਹੈ। ਸੈਣੀ ਨੂੰ ਇਹਦੇ ਪਾਪਾਂ ਦੀ ਸਜ਼ਾ ਵੀ ਮਿਲੂਗੀ। ਔਰ ਜੇ ਆਹ ਚੀਜ਼ ਨਾ ਹੋਣੀ ਹੁੰਦੀ, ਮੇਰੇ ਵਰਗੇ ਕੋਲ ਕੇਸ ਹੀ ਨਾ ਹੁੰਦਾ ਕਦੇ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਆ ਵੀ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਇਹ ਪਦਵੀ ਹਾਸਲ ਕਰਕੇ ਬੜੀ ਵੱਡੀ ਪ੍ਰਾਪਤੀ ਕੀਤੀ, ਪਰ ਡੀਜੀਪੀ ਸੁਮੇਧ ਸੈਣੀ ਦੁਆਰਾ ਕੀਤੇ ਹੋਏ ਕੁਝ ਅਜਿਹੇ ਕਾਰਨਾਮੇ ਜਿਨ੍ਹਾਂ ਦੇ ਕਰਕੇ ਬਹੁਤ ਸਾਰੀਆਂ ਭੈਣਾਂ ਦੇ ਵੀਰ ਗਏ, ਬਹੁਤ ਸਾਰੀਆਂ ਸੁਹਾਗਣਾਂ ਦੇ ਸੁਹਾਗ ਉਜੜੇ, ਮਾਵਾਂ ਦੇ ਪੁੱਤ ਗਏ, ਉਹ ਜਿਹੜੇ ਹੈ ਉਹ ਸੁਮੇਧ ਸੈਣੀ ਦੇ ਲਈ ਸਦਾ ਹੀ ਅਰਦਾਸਾਂ ਪਰਮਾਤਮਾ ਤੋਂ ਕਰਦੇ ਆ ਕਿ ਇਹਨੂੰ ਇਹਦੀ ਕੀਤੀ ਦਾ ਫਲ ਮਿਲੇ। ਭਾਰਤ ਦੇ ਵਿੱਚ ਕਾਨੂੰਨ ਹੈ, ਅਪੀਲ ਹੈ, ਦਲੀਲ ਹੈ। ਸੁਮੇਧ ਸੈਣੀ ਨੂੰ ਉਹਦੀਆਂ ਕੀਤੀਆਂ ਦਾ ਕਦੋਂ ਜਿਹੜਾ ਕਿ ਖਮਿਆਜ਼ਾ ਭੁਗਤਣਾ ਪਏਗਾ, ਇਸ 'ਤੇ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਸੀਨੀਅਰ ਐਡਵੋਕੇਟ ਪ੍ਰਦੀਪ ਵਿਰਕ ਜੀ ਮੌਜੂਦ ਹੈ। ਸਵਾਗਤ ਹੈ ਜੀ KTV 'ਤੇ। ਸਤਿ ਸ਼੍ਰੀ ਅਕਾਲ ਜੀ। ਵਿਰਕ ਜੀ, ਜਿੱਦਾਂ ਅਸੀਂ ਸਟਾਰਟਿੰਗ 'ਚ ਗੱਲਬਾਤ ਕੀਤੀ ਵੀ ਇੱਕ ਲੌਬੀ ਹੈ ਬੜੇ ਮਾਣ ਨਾਲ ਕਹਿੰਦੀ ਵੀ ਸਭ ਤੋਂ ਛੋਟੀ ਉਮਰ 'ਚ ਸੈਣੀ ਡੀਜੀਪੀ ਬਣੇ, ਬੜੀ ਵੱਡੀ ਪ੍ਰਾਪਤੀ ਹੈ। ਔਰ ਤੁਸੀਂ ਇੱਕ ਪੰਜਾਬੀ ਸ਼ਬਦਾਂ 'ਚ ਕਹਾਂ ਵੀ ਪੰਗਾ ਲਿਆ ਹੋਇਆ, ਜਿਹਦੇ ਪਿੱਛੇ ਬਹੁਤ ਸਾਰਾ ਇੱਕ ਤੰਤਰ ਖਲੋਤਾ ਹੈ। ਔਰ ਉਸ ਤੰਤਰ ਦੀ ਜਿਹੜਾ ਕਿ ਸ਼ਾਬਾਸ਼ ਦੇ ਨਾਲ ਉਹਨਾਂ ਨੇ ਕੁਝ ਅਜਿਹੇ ਕੰਮ ਵੀ ਕੀਤੇ ਹੈ ਕਿ ਮਾਵਾਂ ਰੋਂਦੀਆਂ, ਭੈਣਾਂ ਰੋਂਦੀਆਂ, ਲਿਸਟ ਦਿਨੋਂ ਦਿਨ ਲੰਬੀ ਹੁੰਦੀ ਜਾਂਦੀ ਹੈ। ਅਜੇ ਵੀ ਕੁਝ ਲੋਕ ਬੋਲਣ ਨੂੰ ਤਿਆਰ ਨਹੀਂ ਹੈਗੇ। ਸੈਣੀ ਦੇ ਉੱਤੇ ਤੁਹਾਡਾ ਸ਼ਿਕੰਜਾ ਜਿਹੜਾ ਕੱਸਿਆ ਹੋਇਆ,
ਉਹ ਜਿਹੜਾ ਹੁਣ ਕਿੱਥੇ ਪਹੁੰਚਿਆ ਜੀ। ਅਸੀਂ ਮੁਲਤਾਨੀ ਕੇਸ ਦੀ ਗੱਲ ਕਰ ਲਈਏ, ਉਸ ਤੋਂ ਬਾਅਦ ਹੁਣ ਨਵੇਂ ਕੇਸ ਵੀ ਬਹੁਤ ਸਾਰੇ ਸਾਹਮਣੇ ਆ ਰਹੇ ਆ, ਤਾਂ ਅਪਡੇਟ ਖਾਸ ਕਰਕੇ ਮੁਲਤਾਨੀ ਕੇਸ ਦੀ ਕਿ ਜਿਹਨੂੰ ਲੈ ਕੇ ਬਹੁਤ ਸਾਰੇ ਤੁਸੀਂ ਜ਼ੋਰ ਲਾ ਰਹੇ ਹੋ। ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਕਲੈਰੀਫਾਈ ਕਰੋ, ਇਹ ਕਿਹੜੀ ਲੌਬੀ ਹੈ ਜਿਹੜੀ ਕਹਿੰਦੀ ਹੈ ਕਿ ਸੈਣੀ ਨੂੰ ਮਤਲਬ ਸ਼ਾਬਾਸ਼ੀ ਦਿੰਦੀ ਹੈ ਕਿ ਉਹ ਬੜੀ ਘੱਟ ਏਜ ਤੇ ਡੀਜੀਪੀ ਲੱਗਿਆ? ਮੈਨੂੰ ਜ਼ਰਾ 5 ਜਾਣਿਆਂ ਦੇ ਤੁਸੀਂ ਨਾਂ ਵੀ ਗਿਣਾ ਕੇ ਦਿਖਾਓ। ਸਭ ਤੋਂ ਪਹਿਲਾਂ 2008 ਦੇ ਵਿੱਚ ਜਦੋਂ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਤਾਂ ਪੰਜਾਬ ਦੀ ਗਵਰਨਮੈਂਟ ਉਸ ਵਕਤ ਜਿਹੜੀ ਮੌਜੂਦਾ ਸੀ ਅਕਾਲੀ ਭਾਜਪਾ ਸਰਕਾਰ, ਉਹਨਾਂ ਨੇ ਕਿਹਾ ਵੀ ਇਹਨੇ ਤੇ ਅੱਤਵਾਦ ਦੇ ਖਿਲਾਫ ਬੜਾ ਸੋਹਣਾ ਕੰਮ ਕੀਤਾ। ਇਹ ਸਭ ਤੋਂ ਵੱਡੀ ਲੌਬੀ ਇਹ ਹੈ। ਵੇਖੋ ਉਸੇ ਕਰਕੇ ਮੈਂ ਪੁੱਛਿਆ। ਮੈਂ ਇੱਕ ਚੈਨਲ ਦੇ ਉੱਤੇ ਇੱਕ ਵਾਰੀ ਇੰਟਰਵਿਊ ਦਿੰਦਿਆਂ ਡਿਬੇਟ ਚੱਲ ਰਹੀ ਸੀ ਅਤੇ ਮੈਂ ਕਹਿ ਬੈਠਾ ਕਿ ਸੁਮੇਧ ਸੈਣੀ ਨੂੰ ਜਿਹੜੀ ਸਰਕਾਰ ਨੇ ਡੀਜੀਪੀ ਲਾਇਆ ਹੈ, ਔਰ ਉੱਥੇ ਕਾਂਗਰਸ, ਅਕਾਲੀ, ਬੀਜੇਪੀ ਦੇ ਲੀਡਰਸ ਬੈਠੇ ਸੀ ਨਾਲ ਡਿਬੇਟ ਦੇ ਵਿੱਚ, ਅਤੇ ਮੈਂ ਕਹਿ ਬੈਠਾ ਅਤੇ ਮੈਂ ਕੋਟ ਵੀ ਕਰਾਂਗਾ, ਆਈ ਥਿੰਕ ਮਿਸਟਰ ਵਿਰਸਾ ਸਿੰਘ ਵਲਟੋਆ ਸੀਗੇ, ਉਹਨਾਂ ਨੇ ਉੱਧਰੋਂ ਸਟੇਟਮੈਂਟ ਓਪਨਲੀ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਕਿ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਇਆ, ਜਿਹਦਾ ਸਾਨੂੰ ਇਲੈਕਸ਼ਨ ਦੇ ਵਿੱਚ ਇੱਕ ਕੌਨਸੀਕੁਐਂਸ ਫੇਸ ਕਰਨਾ ਪਿਆ, ਜਿਸ ਕਰਕੇ ਸਾਡੀ ਪਾਰਟੀ ਇੰਨੀ ਬੁਰੀ ਤਰ੍ਹਾਂ ਇਲੈਕਸ਼ਨ ਹਾਰੀ। ਮੈਂ ਉਸ ਚੀਜ਼ ਦੀ ਕਿਤੇ ਨਾ ਕਿਤੇ ਓਪਨਲੀ ਐਪਰੀਸ਼ੀਏਟ ਵੀ ਉਸ ਚੀਜ਼ ਨੂੰ ਕੀਤਾ ਕਿ ਜਿਹੜੀ ਸਰਕਾਰ ਨੇ ਉਹਨੂੰ ਡੀਜੀਪੀ ਲਾਇਆ, ਜਿਹਨੇ ਆਊਟ ਆਫ ਟਰਨ ਉਹਨੂੰ ਚੀਫ ਡਾਇਰੈਕਟਰ ਵਿਜੀਲੈਂਸ ਲਾ ਕੇ ਰੱਖਿਆ, 2015 ਦੇ ਵਿੱਚ ਉਸੇ ਸਰਕਾਰ ਨੇ ਸੁਮੇਧ ਸੈਣੀ ਨੂੰ ਨਾ ਸਿਰਫ ਡੀਜੀਪੀ ਦੀ ਪੋਸਟ ਤੋਂ ਬਦਲਿਆ, ਉਹਨੂੰ ਕਦੇ ਚੰਗੀ ਪੋਸਟ ਨਹੀਂ ਦਿੱਤੀ। ਦੇਖੋ, ਨਾ ਮੈਂ ਕਾਂਗਰਸ ਨੂੰ ਬਿਲੋਂਗ ਕਰਦਾ, ਨਾ ਬੀਜੇਪੀ ਨੂੰ, ਨਾ ਅਕਾਲੀ ਦਲ ਨੂੰ, ਨਾ ਹੀ ਆਮ ਆਦਮੀ ਪਾਰਟੀ ਨੂੰ। ਮੈਂ ਇੱਕ ਪ੍ਰੋਫੈਸ਼ਨਲ ਲਾਇਰ ਦੇ ਤੌਰ 'ਤੇ ਗੱਲ ਕਰ ਰਿਹਾ ਕਿ ਜੇ ਕਿਸੇ ਪਾਰਟੀ ਨੇ ਆਪਣੀ ਗਲਤੀ ਰੈਕਟੀਫਾਈ ਕੀਤੀ ਹੈ, ਅੱਜ ਅਸੀਂ ਧੱਕੇ ਨਾਲ ਸੁਮੇਧ ਸੈਣੀ ਨੂੰ ਉਸ ਪਾਰਟੀ ਦੇ ਨਾਲ ਜੋੜ ਕੇ ਉਹਨੂੰ ਕ੍ਰੈਡਿਟ ਨਾ ਦਵਾਈਏ। ਉਹ ਪਾਰਟੀ ਨੇ ਜੇ ਗਲਤੀ ਕੀਤੀ, ਉਹਨਾਂ ਨੇ ਉਹ ਗਲਤੀ ਨੂੰ ਰੈਕਟੀਫਾਈ ਕੀਤਾ, ਇਹਨੂੰ ਬਦਲ ਕੇ। ਹੁਣ ਅੱਜ ਦੀ ਗੱਲ ਲੈ ਲਓ, ਬਹੁਤ ਲੋਕੀ ਕਹਿੰਦੇ ਹੈ, ਤੁਸੀਂ ਕਮੈਂਟਸ ਪੈਂਦੇ ਵੀ ਵੇਖੋਗੇ ਕਿ ਸੁਮੇਧ ਸਿੰਘ ਸੈਣੀ ਨੂੰ ਜੀ ਬੀਜੇਪੀ ਬਚਾ ਰਹੀ ਹੈ। ਹੁਣ ਤੁਸੀਂ ਮੈਨੂੰ ਗੱਲ ਇੱਕ ਦੱਸੋ, ਜੇ ਬੀਜੇਪੀ ਸੁਮੇਧ ਸੈਣੀ ਨੂੰ ਬਚਾ ਰਹੀ ਹੈ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਹੈ, ਉਹਨੇ ਸੁਮੇਧ ਸਿੰਘ ਸੈਣੀ ਤੇ ਇੱਕ ECIR ਕਿਵੇਂ ਰਜਿਸਟਰ ਕਰਤੀ ਔਰ ਉਹਦੇ ਅਕਾਊਂਟ ਕਿਵੇਂ ਫਰੀਜ਼ ਕਰਤੇ? ਇਹ ਤੁਸੀਂ ਅੱਜ ਦੇ ਅਖਬਾਰ ਦੇ ਵਿੱਚ ਪੜ੍ਹੋਗੇ ਕਿ ਉਹਨਾਂ ਨੇ ਇੱਕ ECIR ਮਤਲਬ ਜਿਹੜੀ FIR ਹੁੰਦੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੀ। ਇਨਫੋਰਸਮੈਂਟ ਡਾਇਰੈਕਟੋਰੇਟ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਹੈ, ਗਵਰਨਮੈਂਟ BJP ਦੀ ਹੈ, ਸੋ ਕਿੱਥੇ ਸਪੋਰਟ ਕਰ ਰਹੀ ਹੈ BJP? ਹੁਣ ਦੂਜੀ ਗੱਲ 'ਤੇ ਆ ਜਾਓ, ਜੇ ਆਪਾਂ ਇਹ ਕਹੀਏ ਸੈਣੀ ਕਹਿੰਦਾ ਜੀ ਮੇਰੇ ਤੇ ਵੈਂਡੇਟਾ ਹੈ ਕਿਉਂਕਿ ਮੈਂ ਕੈਪਟਨ ਦੇ ਖਿਲਾਫ ਕੰਮ ਕੀਤਾ, ਫਲਾਣੇ ਦੇ ਖਿਲਾਫ ਕੀਤਾ, ਉਹ ਸਾਰਾ ਜੋ ਬੋਲਦਾ ਹੈ। ਜਿਹੜੇ ਲੋਕਾਂ ਦੇ ਜਿਹੜੇ ਟੱਬਰ ਸੈਣੀ ਨੇ ਉਜਾੜੇ, ਜਿਹੜੇ ਇਨੋਸੈਂਟ ਲੋਕ ਮਾਰੇ, ਉਹਨਾਂ ਨੂੰ ਇਨਸਾਫ ਦਿਵਾਉਣਾ ਅੱਜ ਪੋਲੀਟੀਕਲ ਵੈਂਡੇਟਾ ਹੋ ਗਿਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਲੋਕਾਂ ਨੇ ਤਸ਼ੱਦਦ ਕੀਤੀ, ਮੈਂ ਤਾਂ ਇੱਕ ਪ੍ਰੋਫੈਸ਼ਨਲ ਲਾਇਰ ਹਾਂ, ਮੇਰੇ ਕੋਲ ਤਾਂ ਜੇ ਮੁਲਤਾਨੀ ਫੈਮਿਲੀ ਆਈ ਕਿ ਜੀ ਅਸੀਂ ਤੁਹਾਡੇ ਤੇ ਫੇਥ ਕਰਦੇ ਹਾਂ, ਤੁਸੀਂ ਵਕੀਲ ਬਣ ਕੇ ਖੜੇ ਹੋ, ਮੈਂ ਖੜਾ ਹੋ ਗਿਆ। ਮੈਂ ਭੁੱਲਰ ਫੈਮਿਲੀ ਵੱਲੋਂ ਕਿਉਂ ਨਹੀਂ ਹੋਇਆ? ਇਸ ਕੇਸ ਦੇ ਵਿੱਚ ਪਹਿਲਾਂ ਉਹਨਾਂ ਵੱਲੋਂ ਮੈਂ ਅਸਿਸਟ ਕੀਤਾ ਸੀ, ਅੱਜ ਉਹ ਫੈਮਿਲੀ ਜੇ ਅੱਗੇ ਨਹੀਂ ਆਈ, ਮੁਲਤਾਨੀ ਫੈਮਿਲੀ ਅੱਗੇ ਆਈ ਹੈ ਕੰਪਲੇਂਟ ਦੇਣ ਲਈ, ਉਹਨਾਂ ਨੇ ਮੈਨੂੰ ਇੰਗੇਜ ਕੀਤਾ, ਉਹਨਾਂ ਨੇ ਕੀਤਾ, ਉਹਨਾਂ ਦੀ ਚੋਇਸ। ਜੇ ਮੈਂ ਸੈਣੀ ਦੇ ਖਿਲਾਫ ਕੋਈ ਚੀਜ਼ ਕਰ ਰਿਹਾ, ਡਾਕੂਮੈਂਟਰੀ ਐਵੀਡੈਂਸ ਲਾ ਰਿਹਾ, ਕਿੰਨੀਆਂ ਫੈਮਿਲੀਜ਼ ਨੂੰ ਉਹਨੇ ਉਜਾੜਿਆ ਹੈ, ਉਹ ਫੈਮਿਲੀ ਮੈਂਬਰਸ ਨਹੀਂ ਅੱਗੇ ਆਏ ਤੇ ਕੋਈ ਕੰਪਲੇਂਟ ਨਹੀਂ ਸ਼ੁਰੂ ਹੋਈ। ਸੋ ਇਸ ਕਰਕੇ ਸੁਮੇਧ ਸਿੰਘ ਸੈਣੀ ਨੂੰ ਇਹ ਕ੍ਰੈਡਿਟ ਦੇਣਾ ਕਿ ਯੰਗੈਸਟ DGP ਬਣਿਆ ਤੇ ਅੱਜ ਵੀ ਕੋਈ ਲੌਬੀ ਉਹਦੇ ਨਾਲ ਹੈ, ਮੇਰੇ ਖਿਆਲ ਨਾਲ ਅੱਜ ਦੀ ਤਰੀਕ ਦੇ ਵਿੱਚ ਸੁਮੇਧ ਸੈਣੀ ਦੇ ਨਾਲ ਕੋਈ ਵੀ ਰਿਸਪੈਕਟੇਬਲ ਬੰਦਾ ਨਹੀਂ ਖੜਾ ਹੋਊਗਾ, ਜੋ ਮੈਨੂੰ ਸਮਝ ਆਉਂਦੀ ਹੈ। ਜਿਹੋ ਜਿਹਾ ਸੈਣੀ ਦੀ ਅਸਲੀਅਤ ਸਾਹਮਣੇ ਆਈ ਹੈ, ਸੈਣੀ ਜਿਸ ਤਰ੍ਹਾਂ ਬੇਨਕਾਬ ਹੋਇਆ ਹੈ, ਜਿਸ ਲਈ ਮੈਂ ਬਹੁਤ ਜ਼ੋਰ ਲਾਇਆ ਹੈ ਕਿ ਮੀਡੀਆ ਦੇ ਸਾਹਮਣੇ ਵੀ ਉਹਦਾ ਚਿਹਰਾ ਸਾਹਮਣੇ ਲਿਆਂਦਾ ਜਾਵੇ, ਬਿਕੋਜ਼ ਇਨਵੈਸਟੀਗੇਸ਼ਨ ਦੇ ਵਿੱਚ ਕੀ ਡਿਟੇਲਸ ਆਉਂਦੀਆਂ ਪਬਲਿਕ ਦੇ ਸਾਹਮਣੇ ਨਹੀਂ ਆਉਂਦੀਆਂ। ਮੈਂ ਉਹ ਡਿਟੇਲਸ ਜੋ ਕੋਰਟ ਦੇ ਸਾਹਮਣੇ ਆਈਆਂ ਉਹ ਪਬਲਿਕ ਕੀਤੀਆਂ। ਉਹਦਾ ਸਿਰਫ ਇੱਕੋ ਹੀ ਕਾਰਨ ਸੀ ਕਿ ਸੈਣੀ ਦੇ ਅਗੇਂਸਟ ਜੋ ਵੀ ਚੀਜ਼ਾਂ ਹੈਗੀਆਂ, ਭਾਵੇਂ ਉਹ ਕੋਰਟ ਦੇ ਵਿੱਚ ਮੈਂ ਪ੍ਰੋਡਿਊਸ ਕੀਤੀਆਂ, ਭਾਵੇਂ ਪ੍ਰੋਸੀਕਿਊਸ਼ਨ ਨੇ ਦਿੱਤੀਆਂ, ਪਬਲਿਕ ਦੇ ਸਾਹਮਣੇ ਆਵੇ, ਤਾਂ ਕਿ ਜਿਹੜੇ ਕੋਈ 2-4 ਲੋਕ ਇਹ ਸੋਚ ਰਹੇ ਸੀ ਕਿ ਸੁਮੇਧ ਸਿੰਘ ਸੈਣੀ ਇਮਾਨਦਾਰ ਆਫਿਸਰ ਹੈ, ਉਹ ਅੱਤਵਾਦ ਦੇ ਖਿਲਾਫ ਲੜਿਆ ਹੈ, ਉਹਨਾਂ ਲੋਕਾਂ ਨੂੰ ਇਹ ਸੱਚਾਈ ਮਤਲਬ ਅਸੀਂ ਜਗ ਜ਼ਾਹਿਰ ਕਰੀਏ ਕਿ ਸੁਮੇਧ ਸੈਣੀ ਨੇ ਅੱਤਵਾਦ ਨਾਲ ਲੜਨ ਦੇ ਨਾਂ 'ਤੇ ਇਨੋਸੈਂਟ ਬੰਦਿਆਂ ਨੂੰ ਐਲੀਮੀਨੇਟ ਕੀਤਾ ਹੈ। ਉਹਨੇ ਕੋਈ ਹੋਰ ਚੱਜ ਦਾ ਕੰਮ ਨਹੀਂ ਕੀਤਾ, ਸਿਰਫ ਇਨੋਸੈਂਟ ਬੰਦੇ ਐਲੀਮੀਨੇਟ ਕੀਤੇ ਹੈ। ਦੂਜੇ ਪਾਸੇ ਉਹਨੇ ਜਿਹੜਾ ਉਹ ਕਹਿੰਦਾ ਹੈ ਕਿ ਜੀ ਮੈਂ ਇਮਾਨਦਾਰ ਰਿਹਾ, ਉਹਦੀ ਇਮਾਨਦਾਰੀ ਦਾ ਚਿੱਠਾ ਸਾਹਮਣੇ ਆ ਚੁੱਕਿਆ। ਤੁਸੀਂ ਵੇਖੋਗੇ ਅਮਨ ਸਕੌਡਾ ਨਾਂ ਦੇ ਇੱਕ ਬੰਦੇ ਦੇ ਨਾਲ ਇਹਦਾ ਲਿੰਕ ਬਾਹਰ ਆਇਆ ਸੀ, ਜਿਹੜੀ ਇਨਵੈਸਟੀਗੇਸ਼ਨ ਹੀ ਦੱਬ ਦਿੱਤੀ ਗਈ। ਸੋ ਇਹਦੀ ਕਰਪਸ਼ਨ ਹੀ ਐਕਸਪੋਜ਼ ਹੋ ਰਹੀ ਸੀ। ਸਾਰੀ ਇਹਦੀ ਟੀਮ ਦੇ ਬੰਦੇ ਜਿਹੜੇ ਹੈਗੇ ਹੈ, ਤੁਸੀਂ ਵੇਖੋਗੇ ਉਹ ਕ੍ਰਿਮੀਨਲਸ ਨੇ। ਉਹ ਕਹਿਣ ਨੂੰ ਪੁਲਿਸ ਵਾਲੇ ਹੈ, ਸਭ ਤੋਂ ਤਗੜੇ ਕ੍ਰਿਮੀਨਲਸ ਉਹ ਨੇ।
ਉਹ ਸਿਰੇ ਦੇ ਕਰਪਟ ਆਫਿਸਰਸ ਨੇ, ਉਹਨਾਂ ਨੂੰ ਇਹ ਬਚਾਉਂਦਾ ਆਇਆ। ਉਹ ਕਿਉਂ ਬਚਾ ਰਿਹਾ? ਜੇ ਆਪ ਇੰਨਾ ਇਮਾਨਦਾਰ ਸੀ ਤਾਂ ਕਰਪਟ ਆਫਿਸਰਸ ਨੂੰ ਬਚਾਉਣ ਦੀ ਕੋਈ ਤੁੱਕ ਹੀ ਨਹੀਂ ਬਣਦੀ। ਸੋ ਇਸ ਕਰਕੇ ਸੁਮੇਧ ਸਿੰਘ ਸੈਣੀ ਨੂੰ ਕੋਈ ਲੌਬੀ ਸਪੋਰਟ ਨਹੀਂ ਕਰ ਰਹੀ, ਨਾ ਹੀ ਕੋਈ ਬੰਦਾ ਅੱਜ ਦੀ ਤਰੀਕ ਦੇ ਵਿੱਚ ਸੁਮੇਧ ਸੈਣੀ ਦੇ ਨਾਲ ਖੜਾ ਹੈ। ਉਹ ਐਕਸਪੋਜ਼ ਹੋ ਚੁੱਕਿਆ ਹੈ। ਤਾਂ ਸੁਮੇਧ ਸੈਣੀ ਐਕਸਪੋਜ਼ ਹੋ ਚੁੱਕਾ ਹੈ। ਸਿੱਖ ਸਫ਼ਿਆਂ ਦੇ ਵਿੱਚ ਅਸੀਂ ਗੱਲਬਾਤ ਕਰ ਲਈਏ, ਜਾਂ ਸਿੱਖ ਜਿਹੜਾ ਸਮਾਂ ਰਿਹਾ ਹੈਗਾ 1978 ਤੋਂ ਬਾਅਦ ਲੈ ਕੇ ਹੁਣ ਤੱਕ ਵੀ ਉਹ ਸਮਾਂ ਲੰਘ ਰਿਹਾ ਜਿਨ੍ਹਾਂ ਦੇ ਪੁੱਤ ਬੱਚੇ ਚਲੇ ਗਏ, ਕਿਸੇ ਦੇ ਜਿਹੜਾ ਕਿ ਮਾਂ ਪਿਓ ਉਹਨਾਂ ਦੀ ਕੁੱਖ ਸੁਣੀ ਹੋਈ, ਕਿਸੇ ਬੱਚਿਆਂ ਦੇ ਪਿਓ ਚਲੇ ਗਏ। ਸੈਣੀ ਦੇ ਨਾਮ ਦੇ ਉੱਤੇ ਹਜ਼ਾਰਾਂ ਜਿਹੜੇ ਲੋਕ ਆ ਉਹ ਰੋਂਦੇ ਆ, ਕਰਲਾਉਂਦੇ ਆ ਵੀ ਇਹਨੇ ਸਾਡਾ ਪੁੱਤ ਨਜਾਇਜ਼ ਮਾਰਿਆ। ਤਾਂ ਫਿਰ ਜਿਹੜਾ ਇੱਕ ਕਹਿੰਦੇ ਸੀ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਅੱਤਵਾਦ ਹੈ ਜੀ, ਪਹਿਲਾਂ ਉਹ KPS ਗਿੱਲ ਨੂੰ ਸ਼ਾਬਾਸ਼ੀ ਮਿਲਦੀ ਰਹੀ ਹੈ, ਬੇਅੰਤ ਸਿੰਘ ਮੁੱਖ ਮੰਤਰੀ ਨੂੰ ਮਿਲਦੀ ਰਹੀ ਹੈ। ਤਾਂ ਤੁਹਾਨੂੰ ਜਾਪਦਾ ਵੀ ਇਹ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਕਾਨੂੰਨੀ ਢੰਗ ਦੇ ਨਾਲ ਇਹਨੂੰ ਚੁੱਕਿਆ, ਉਹ ਪਰਿਵਾਰਾਂ ਨੂੰ ਬੜਾ ਵੱਡਾ ਜਿਹੜਾ ਕਿ ਹੌਸਲਾ ਮਿਲਿਆ, ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ ਹੈ ਸੱਚਮੁੱਚ। ਇੱਕ ਜ਼ਬਾਨੀ ਕਹਿ ਦੇਣਾ ਵੀ ਇਹਨੇ ਸਾਡੇ ਬੱਚੇ ਮਾਰੇ, ਇੱਕ ਉਹਨੂੰ ਲੀਗਲ ਤੌਰ ਤੇ ਉਸ ਤਰ੍ਹਾਂ ਸਬੂਤ ਲੈ ਕੇ ਆਉਣੇ ਸਰ, ਕੁਛ ਹੁਣ ਗਵਾਹ ਰੋਜ਼ ਬਾਹਰ ਸਾਹਮਣੇ ਆ ਰਹੇ ਹੈਗੇ ਆ। ਤਾਂ ਇਹਦੇ 'ਚ ਤੁਸੀਂ ਇਹ ਲੱਗਦਾ ਵੀ ਸੱਚਮੁੱਚ ਭਾਰਤੀ ਕਾਨੂੰਨ ਜਿਹੜਾ ਹੈਗਾ ਸੈਣੀ ਨੂੰ ਇਹਦੀ ਬਣਦੀ ਸਜ਼ਾ ਮਿਲ ਸਕਦੀ ਹੈ? ਇਹ ਉਮੀਦ ਖਾਸ ਕਰਕੇ ਉਹ ਪਰਿਵਾਰ ਸਾਨੂੰ UK 'ਚੋਂ ਸਪੈਸ਼ਲ ਆਉਣਾ ਪਿਆ, ਟੀਮ ਨੇ ਸਾਨੂੰ ਕਿਹਾ ਵੀ ਜਾਓ ਉੱਥੇ, ਉਮੀਦ ਹੈਗੀ ਹੈ ਵੀ ਇਹਨੂੰ ਇਹਦੀ ਕੀਤੀ ਦਾ ਫਲ ਮਿਲੂਗਾ? ਦੇਖੋ, ਇਹ ਮੈਂ ਦੋ ਹਿੱਸਿਆਂ 'ਚ ਆਨਸਰ ਕਰ ਰਿਹਾ। ਪਹਿਲੀ ਗੱਲ ਤਾਂ ਜਿਹੜੇ ਤੁਹਾਡੇ ਕੁਐਸਚਨ ਦਾ ਸ਼ੁਰੂ ਵਾਲਾ ਹਿੱਸਾ ਸੀ, ਸਿੱਖ ਇਤਿਹਾਸ। ਵੇਖੋ, ਇੱਕ ਗੱਲ ਯਾਦ ਰੱਖੋ, ਸਾਡੇ ਗੁਰੂਆਂ ਨੇ ਸਾਨੂੰ ਕਦੇ ਵੀ ਧਰਮ ਦੇ ਉੱਤੇ ਇੱਕ ਡਿਵਾਈਡ ਕਰਨ ਦਾ ਰਸਤਾ ਨਹੀਂ। ਸਿੱਖ ਧਰਮ ਨੇ ਹਿੰਦੂ ਮੁਸਲਿਮ ਸਿੱਖ ਕੋਈ ਫਰਕ ਨਹੀਂ ਕੀਤਾ। ਤੁਸੀਂ ਵੇਖੋਗੇ ਭਗਤਾਂ ਦੀ ਬਾਣੀ ਵੀ ਸਾਡੇ ਲਈ ਮਤਲਬ ਅਸੀਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਹੈ। ਸੋ ਸਾਨੂੰ ਕਿਤੇ ਵੀ ਜੇ ਅਸੀਂ ਦੇਖੀਏ, ਸਿੱਖ ਧਰਮ ਇੱਕ ਕ੍ਰੀਏਸ਼ਨ ਹੀ, ਮਤਲਬ ਸਿੱਖ ਧਰਮ ਸ਼ੁਰੂ ਹੀ ਤਾਂ ਹੋਇਆ ਸੀ ਬਿਕੋਜ਼ ਇਸਲਾਮ ਔਰ ਹਿੰਦੂਇਜ਼ਮ ਦੇ ਵਿੱਚ ਇੱਕ ਮਿਡਲ ਪਾਥ ਇਮਰਜ ਕੀਤਾ। ਔਰ ਇਹ ਪੁਰਾਣਾ ਇੱਕ ਤੁਸੀਂ ਵੇਖੋਗੇ ਹਿੰਦੂ ਫੈਮਿਲੀਜ਼ ਦਾ ਵੀ ਟ੍ਰੈਂਡ ਸੀ ਕਿ ਜਿਹੜਾ ਸਭ ਤੋਂ ਵੱਡਾ ਬੇਟਾ ਹੁੰਦਾ ਸੀ ਉਹ ਇੱਕ ਸਰਦਾਰ ਉਹਨੂੰ ਸਜਾਉਂਦੇ ਸੀ। ਸੋ ਉਸ ਤਰ੍ਹਾਂ ਮੈਂ ਇਹ ਕਹਾਂ ਜੇ ਕਿ ਸਿੱਖ ਮੁੰਡੇ ਮਾਰੇ ਆ ਉਹ ਗਲਤ ਹੈ। ਜਿਹੜਾ ਸੁਮੇਧ ਸੈਣੀ CBI ਕੇਸ ਦੇ ਵਿੱਚ ਟਰਾਇਲ ਫੇਸ ਕਰ ਰਿਹਾ ਹੈ, ਉਹ ਇੱਕ ਹਿੰਦੂ ਫੈਮਿਲੀ ਮਾਰਨ ਲਈ ਕਰ ਰਿਹਾ ਹੈ। ਕਾਨੂੰਨੀ ਸੰਵਿਧਾਨ ਜਾਂ ਕੋਈ ਵੀ ਆਪਾਂ ਕਾਨੂੰਨ ਲਈਏ ਕਿਸੇ ਵੀ ਦੇਸ਼ ਦਾ, ਉਹ ਕਦੇ ਵੀ ਧਰਮ ਦੇ ਉੱਤੇ ਡਿਫਰੈਂਸ਼ੀਏਟ ਨਹੀਂ ਕਰਦਾ। ਇੰਡੀਆ ਦੇ ਵਿੱਚ ਵੀ ਗੱਲ ਇਹ ਹੈ ਕਿ ਵਰਦੀ ਪਾ ਕੇ ਤੁਸੀਂ ਇਨੋਸੈਂਟ ਬੰਦਿਆਂ ਨੂੰ ਬਚਾਇਆ ਹੈ ਜਾਂ ਇਨੋਸੈਂਟ ਬੰਦਿਆਂ ਨੂੰ ਮਾਰਿਆ ਹੈ। ਹੁਣ ਜਿਵੇਂ ਇਹਨੇ 94 ਦੇ ਵਿੱਚ ਇੱਕ ਹਿੰਦੂ ਫੈਮਿਲੀ ਐਲੀਮੀਨੇਟ ਕਰਤੀ ਪਰਸਨਲ ਦੁਸ਼ਮਣੀ ਲਈ। ਸੈਣੀ ਮੋਟਰਸ ਦੇ ਫਾਈਨੈਂਸਰ ਸੀਗੇ, ਉਹ ਬੰਦਿਆਂ ਨੂੰ ਪਰਸਨਲ ਦੁਸ਼ਮਣੀ ਲਈ ਚੁੱਕ ਕੇ ਮਾਰਤਾ। ਹੁਣ ਉਹ ਬੰਦਿਆਂ ਨੇ ਜਦੋਂ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਮਾਰਨ ਤੋਂ ਬਾਅਦ, ਉਹ ਪਟੀਸ਼ਨ ਦੇ ਵਿੱਚ ਇਨਵੈਸਟੀਗੇਸ਼ਨ CBI ਕੋਲ ਗਈ। 94 ਦੇ ਵਿੱਚ ਉਹ ਇਨਵੈਸਟੀਗੇਸ਼ਨ ਟ੍ਰਾਂਸਫਰ ਹੋਈ। ਉਹ ਜੱਜ ਸਾਹਿਬ ਨੂੰ ਇਹਨੇ ਧਮਕਾਇਆ। 2000 ਦੇ ਵਿੱਚ CBI ਨੇ ਚਲਾਨ ਪੇਸ਼ ਕੀਤਾ ਅੰਬਾਲਾ ਸਪੈਸ਼ਲ ਕੋਰਟ ਦੇ ਵਿੱਚ। ਫਿਰ ਉਹ ਟਰਾਇਲ ਸੁਪਰੀਮ ਕੋਰਟ ਨੇ ਟ੍ਰਾਂਸਫਰ ਕੀਤੀ 2004 ਦੇ ਵਿੱਚ ਨਿਊ ਦਿੱਲੀ। ਹੁਣ ਜੇ ਅਸੀਂ ਉਹ ਦੇਖੀਏ, ਕਿਤੇ ਨਾ ਕਿਤੇ ਤਾਂ ਉਹ ਕੇਸ ਬੰਦ ਨਹੀਂ ਹੋ ਸਕਿਆ ਨਾ। ਅਸੀਂ ਅੱਜ ਜੋ ਮਰਜ਼ੀ ਕਹੀਏ, ਰੱਬ ਦੇ ਵਿੱਚ ਮੇਰਾ ਇੰਨਾ ਵਿਸ਼ਵਾਸ ਹੈ। ਤੁਸੀਂ ਪੁੱਛ ਰਹੇ ਹੋ ਕਿ ਕੀ ਇਹਨੂੰ ਸਜ਼ਾ ਮਿਲੂਗੀ? ਸਜ਼ਾ ਤਾਂ ਇਹਨੂੰ 100% ਹੀ ਮਿਲੂਗੀ। ਦੇਖੋ, ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਔਰ ਤੁਸੀਂ ਆਪ ਕਹਿ ਰਹੇ ਹੋ ਕਿ ਜਿਨ੍ਹਾਂ ਲੋਕਾਂ ਨੂੰ ਨਜਾਇਜ਼ ਇਹਨੇ ਮਾਰਿਆ ਹੈ ਉਹ ਅਰਦਾਸਾਂ ਕਰ ਰਹੇ ਹੈ, ਉਹਨਾਂ ਦੀ ਫੈਮਿਲੀ ਮੈਂਬਰ ਅਰਦਾਸਾਂ ਕਰ ਰਹੇ। ਜੇ ਉਹ ਅਰਦਾਸਾਂ ਕਰ ਰਹੇ ਹੈ ਤਾਂ ਆਪਾਂ ਯਾਦ ਰੱਖੀਏ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹ ਅਰਦਾਸਾਂ ਦਾ ਫਲ ਸਾਡੇ ਸਾਹਮਣੇ ਆਉਣਾ ਹੀ ਆਉਣਾ ਹੈ। ਸੈਣੀ ਨੂੰ ਇਹਦੇ ਪਾਪਾਂ ਦੀ ਸਜ਼ਾ ਵੀ ਮਿਲੂਗੀ। ਔਰ ਜੇ ਆਹ ਚੀਜ਼ ਨਾ ਹੋਣੀ ਹੁੰਦੀ, ਮੇਰੇ ਵਰਗੇ ਕੋਲ ਕੇਸ ਹੀ ਨਾ ਹੁੰਦਾ ਕਦੇ। ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ, ਜਦੋਂ ਮੁਲਤਾਨੀ ਕੇਸ ਸ਼ੁਰੂ ਹੋਇਆ ਉਸ ਵੇਲੇ ਸਾਰੀ ਮੀਡੀਆ ਦਾ ਇੱਕ ਐਟੀਟਿਊਡ ਸੀ ਕਿ ਜੀ ਸੁਮੇਧ ਸੈਣੀ ਨੂੰ ਦੇਖੋ ਰਿਲੀਫ ਮਿਲ ਰਿਹਾ। ਕਿਸੇ ਨੇ ਆਹ ਚੀਜ਼ 'ਤੇ ਫੋਕਸ ਨਹੀਂ ਕੀਤਾ ਕਿ ਇੱਕ 91 ਦਾ ਕੇਸ 2020 ਦੇ ਵਿੱਚ ਦੁਬਾਰਾ ਖੁੱਲ੍ਹ ਗਿਆ, ਜਿਹੜਾ 2011 'ਚ ਬੰਦ ਹੋ ਗਿਆ ਸੀ, ਅਤੇ ਫੈਮਿਲੀ 8 ਸਾਲ ਅੱਗੇ ਨਹੀਂ ਆਈ ਸੈਣੀ ਦੇ ਡਰ ਦੇ ਕਾਰਨ। ਇੱਕ ਮੀਡੀਆ ਦੇ ਵਿੱਚ ਵੀ ਚੀਜ਼ਾਂ ਉੱਠੀਆਂ ਕਿ ਨਹੀਂ ਸੈਣੀ ਨੂੰ ਕੋਰਟ 'ਚੋਂ ਰਿਲੀਫ ਮਿਲ ਰਿਹਾ, ਕੁਛ ਨਹੀਂ ਹੋਣਾ ਕੇਸ। ਤਕਰੀਬਨ 3 ਮਹੀਨੇ ਮੀਡੀਆ ਸੈਣੀ ਦੇ ਉਲਟ ਨਿਊਜ਼ ਨਹੀਂ ਚਲਾ ਰਿਹਾ ਸੀ। ਉਸ ਤੋਂ ਬਾਅਦ ਜਦੋਂ ਕੋਰਟ ਨੇ ਸੈਣੀ ਦੀ ਐਂਟੀਸਪੇਟਰੀ ਬੇਲਸ ਡਿਸਮਿਸ ਕੀਤੀਆਂ, ਸੈਣੀ ਨੂੰ 4 ਵਾਰੀ ਭੱਜਣਾ ਪਿਆ, ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਯੂ ਟਰਨ ਆਇਆ ਜਦੋਂ 302 ਕੋਰਟ ਨੇ ਲਾਈ। ਮੈਂ ਚੀਜ਼ਾਂ ਤਾਂ ਕਹਿ ਰਿਹਾ, ਕਿਸੇ ਨੂੰ ਵੀ ਬਲੇਮ ਕਰਨਾ, ਉਮੀਦ ਛੱਡ ਦੇਣਾ ਬਹੁਤ ਸੌਖਾ ਹੈ। ਬਟ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਨੇ ਵੀ ਜਿਹੜਾ ਸਾਨੂੰ ਰਾਹ ਦਿੱਤਾ ਹੈ, ਉਹ ਹਾਰ ਮੰਨ ਕੇ ਪਿੱਛੇ ਹਟਣ ਵਾਲਾ ਨਹੀਂ ਦਿੱਤਾ। ਜਿਹਨੂੰ ਕਹਿੰਦੇ ਨਿਡਰ ਹੋ ਕੇ ਇੱਕ ਬਿਨਾਂ ਥੱਕੇ ਲੜਨ ਵਾਲਾ ਜਜ਼ਬਾ, ਉਹ ਰੱਖ ਕੇ ਲੜਨ ਲਈ ਕਿਹਾ ਹੈ। ਸੋ ਜੇ ਅਸੀਂ ਉਹ ਜਜ਼ਬੇ ਨੂੰ ਵੇਖੀਏ ਤਾਂ ਹਾਰ ਮੰਨਣ ਦਾ, ਡਿਮੋਰਲਾਈਜ਼ ਹੋਣ ਦਾ ਕਿਤੇ ਆਸਪੈਕਟ ਆਉਂਦਾ ਨਹੀਂ, ਜਿਹੜਾ ਕਿ ਲੋਕੀ ਵਾਰੀ ਮੈਨੂੰ ਪੁੱਛਦੇ ਹੈ ਕਿ ਜੀ ਲੰਬੀ ਲੜਾਈ ਹੋ ਗਈ। ਹੁਣ ਤੁਸੀਂ ਉਸ ਫੈਮਿਲੀ ਨੂੰ ਦੇਖੋ ਜਿਹੜੀ ਹਿੰਦੂ ਫੈਮਿਲੀ ਇਹਨੇ ਮਾਰੀ ਸੀ,
ਪ੍ਰੋਸੀਕਿਊਸ਼ਨ ਐਵੀਡੈਂਸ ਅਜੇ ਤੱਕ ਕੰਕਲੂਡ ਨਹੀਂ ਹੋਈ ਉਹਦੇ 'ਚ। ਪ੍ਰੋਸੀਕਿਊਸ਼ਨ ਐਵੀਡੈਂਸ ਹੋਊਗੀ, ਉਸ ਤੋਂ ਬਾਅਦ ਸੈਣੀ ਦੀ ਸਟੇਟਮੈਂਟ ਹੋਊਗੀ 313 ਦੇ ਅੰਡਰ ਐਜ਼ ਅਕਿਊਜ਼ਡ, ਫਿਰ ਡਿਫੈਂਸ ਐਵੀਡੈਂਸ ਆਊਗੀ। ਮੰਨ ਲਓ ਕੇਸ 2-3 ਸਾਲ ਹੋਰ ਵੀ ਚੱਲਦਾ ਤੇ 94 ਦਾ ਕੇਸ ਅੱਜ 2021 ਤੱਕ ਜੇ ਕੰਕਲੂਡ ਨਹੀਂ ਹੋਇਆ ਤੇ ਉਹ ਫੈਮਿਲੀ ਡੀਮੋਰਲਾਈਜ਼, ਉਹ ਲੇਡੀ ਇਨਸਾਫ ਦੀ ਵੇਟ ਕਰਦੀ ਹੋਈ ਮਰ ਗਈ। ਉਹਨਾਂ ਦਾ ਬੇਟਾ ਅੱਜ ਆਪਣੇ ਭਰਾ ਦੇ ਲਈ ਲੜ ਰਿਹਾ, ਭਰਾ ਨੂੰ ਇਨਸਾਫ ਦਿਵਾਉਣ ਲਈ, ਆਪਣੇ ਜੀਜੇ ਨੂੰ ਇਨਸਾਫ ਦਿਵਾਉਣ ਲਈ ਲੜ ਰਿਹਾ। ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਵੀ ਸੋਚੀਏ ਕਿ ਇਨਸਾਫ ਨਹੀਂ ਮਿਲੂਗਾ। ਇਨਸਾਫ ਮਿਲੂਗਾ ਔਰ ਇਨਸਾਫ ਜ਼ਰੂਰ ਮਿਲੂਗਾ। ਮੁਲਤਾਨੀ ਫੈਮਿਲੀ ਇੱਕ ਐਗਜ਼ਾਮਪਲ ਹੈ ਜਿਨ੍ਹਾਂ ਦੇ ਬੱਚੇ ਨੂੰ 91 'ਚ ਮਾਰਿਆ ਔਰ ਉਹ ਅੱਜ ਵੀ ਕੰਪਲੇਂਟ ਦੇ ਕੇ ਅੱਗੇ ਆਈ ਹੈ। ਤੁਸੀਂ ਮੈਨੂੰ ਦੱਸੋ ਕਿੰਨੇ ਲੋਕਾਂ ਨੇ ਅੱਗੇ ਆ ਕੇ ਕੰਪਲੇਂਟ ਦੇਤੀ। ਹੁਣ ਇਸ ਲੜਾਈ ਨੂੰ ਸਸਟੇਨ ਕਰਨ ਦਾ ਫਾਇਦਾ ਕੀ ਹੋਇਆ? ਜਿਹੜੀ ਇੱਕ ਜਸਟਿਸ ਤੀਰਥ ਸਿੰਘ ਠਾਕੁਰ ਜਿਹੜੇ ਚੀਫ ਜਸਟਿਸ ਆਫ ਇੰਡੀਆ ਰਹੇ ਹੈ, ਉਹਨਾਂ ਦੀ ਚਿੱਠੀ ਮੈਂ ਇਸ ਕੇਸ ਦੇ ਵਿੱਚ ਕੋਰਟ ਦੇ ਵਿੱਚ ਲਾਈ ਸੀ, ਜਿਸ ਵਿੱਚ ਜੱਜਿਸ ਦੇ ਉੱਤੇ ਫੋਨ ਸਰਵੇਲੈਂਸ ਦਾ ਇੱਕ ਐਲੀਗੇਸ਼ਨ ਆ ਰਿਹਾ ਸੀ ਜਿਹੜਾ ਸੁਮੇਧ ਸੈਣੀ ਨੇ ਇਲੀਗਲੀ ਕੀਤਾ ਸੀ। ਹੁਣ ਉਹ ਸਰਵੇਲੈਂਸ ਕਰਨ ਵਾਲਾ, ਉਹ ਪ੍ਰੋਸੈਸ ਸ਼ੁਰੂ ਕਰਵਾਉਣ ਵਾਲਾ ਨਿਮਰਤਦੀਪ ਸੀ, ਜਿਹਦੇ ਨਾਲ ਅੱਜ ਸੈਣੀ ਦਾ ਕਰਪਸ਼ਨ ਲਿੰਕ ਬਾਹਰ ਆਇਆ ਹੈ। ਹੁਣ ਅਮਨ ਸਕੌਡਾ ਕੇਸ ਤਾਂ ਸੈਣੀ ਨੇ ਦਬਾ ਲਿਆ ਹੋਊਗਾ, ਉਹ ਕੰਪਲੇਂਟਸ ਪੈਂਡਿੰਗ ਨੇ, ਅਮਨ ਸਕੌਡਾ ਭਜਾ ਲਿਆ ਹੋਊਗਾ, ਪਰ ਦੂਜੀ ਆਸਪੈਕਟ ਵੇਖੋ, ਅੱਜ ਫਿਰ ਵੀ ਸੈਣੀ ਦੇ ਕਰਪਸ਼ਨ ਦਾ ਕੇਸ ਖੁੱਲ੍ਹ ਗਿਆ। ਉਸ ਕਰਪਸ਼ਨ ਦੇ ਕੇਸ ਦਾ ਕੌਨਸੀਕੁਐਂਸ ਕੀ ਹੋਇਆ? ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੈਣੀ ਦੇ ਅਕਾਊਂਟ ਫਰੀਜ਼ ਕਰਤੇ। ਅਕਾਊਂਟ ਫਰੀਜ਼ ਕਰਨ ਦਾ ਮਤਲਬ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ। ਸੋ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਪਰਚਾ ਦੇਤਾ। ਸੈਣੀ ਕੀ ਕਹਿੰਦਾ ਸੀ? ਪਹਿਲੀ ਗੱਲ ਕਿ ਜੀ ਉਹ ਬੜਾ ਇਮਾਨਦਾਰ ਅਫਸਰ ਹੈ। ਲੋ ਇਮਾਨਦਾਰੀ ਦਾ ਚਿੱਠਾ ਤਾਂ ਖੁੱਲ੍ਹ ਗਿਆ। ਜਿਹੜੇ ਲੋਕਾਂ ਨੂੰ ਗਲਤ ਫਹਿਮੀ ਸੀ ਕਿ ਨਹੀਂ ਇਮਾਨਦਾਰ ਹੈ, ਸੈਣੀ ਦੀ ਟੀਮ ਕਿਹੜੀ ਹੈ ਮੈਂ ਓਪਨਲੀ ਕਹਿਣਾ, ਸੁਰਜੀਤ ਗਰੇਵਾਲ ਜਿਹੜਾ ਕਨਵਿਕਟ ਹੋ ਗਿਆ, ਉਮਰਾਨ ਅੰਗਲ ਜਿਹੜਾ ਡਰੱਗਸ 'ਚ ਇਨਵੋਲਡ ਹੈ, ਪਰਮਜੀਤ ਪੰਨੂ ਜਿਹੜਾ ਉਹਦੇ ਨਾਲ ਦਿੱਲੀ ਟ੍ਰਾਇਲ ਫੇਸ ਕਰ ਰਿਹਾ, ਪਤਾ ਨਹੀਂ 20 ਸਾਲ ਤੋਂ ਲੁਧਿਆਣਾ ਇੱਕੋ ਹੀ ਏਰੀਆ 'ਚ ਪੋਸਟਡ ਰਿਹਾ, ਜਿੱਥੇ ਉਹਨੇ ਉਹ ਬੰਦਿਆਂ ਨੂੰ ਝੂਠੇ ਕੇਸਾਂ 'ਚ ਫਸਾਇਆ, ਉਹ ਥਾਣੇ ਉਹਦੇ ਅੰਡਰ ਰੱਖਦੇ ਹੋਏ। ਮੇਨ ਰੀਜ਼ਨ ਉਹਦਾ ਇਹ ਰਿਹਾ। ਹੁਣ ਮੈਨੂੰ ਦੱਸੋ ਇਹੋ ਜਿਹੇ ਕਰਪਟ ਅਫਸਰਾਂ ਦੀ ਟੀਮ, ਅੱਛਾ ਸ਼ਿਵ ਕੁਮਾਰ ਜਿਹਦੇ ਬੇਟੇ ਨੂੰ ਕਨਵਿਕਸ਼ਨ ਹੋਈ ਹੈ 10 ਸਾਲ ਦੀ, ਸੋ ਇਹੋ ਜਿਹੇ ਸੈਣੀ ਦੀ ਟੀਮ ਸੀ। ਇਹ ਟੀਮ ਨੂੰ ਉਹ ਕਿਉਂ ਪ੍ਰੋਟੈਕਟ ਕਰ ਰਿਹਾ ਸੀ? ਉਹ ਟੀਮ ਨੂੰ ਸਿਰਫ ਤਾਂ ਪ੍ਰੋਟੈਕਟ ਕਰ ਰਿਹਾ ਸੀ। ਅੱਛਾ ਬਲਕਾਰ ਸਿੱਧੂ ਜਿਹੜਾ IG STF ਰਿਹਾ, ਜਿਹਦਾ ਸਗਾ ਭਤੀਜਾ ਪਤਾ ਨਹੀਂ ਭਾਂਜਾ ਡਰੱਗਸ ਦੇ ਵਿੱਚ ਇਨਵੋਲਡ ਸੀ, ਪੁਲਿਸ ਦੇ ਵਿੱਚ CIA ਇੰਚਾਰਜ ਹੁੰਦੇ ਆ। ਸੋ ਇਹ ਸੈਣੀ ਦੀ ਟੀਮ ਹੈ। ਕ੍ਰੈਡੀਬਿਲਿਟੀ ਵੇਖੋ ਇਸ ਟੀਮ ਦੀ ਕਿਹੜੀ ਥਾਂ ਤੇ। ਇਹਨਾਂ ਨੇ ਆਪਣੀ ਟੀਮ ਬਣਾਈ ਹੋਈ ਸੀ। ਜਦੋਂ ਅਸੀਂ ਦੂਸਰੇ ਪਾਸੇ ਚੱਲਾਂਗੇ, ਹਾਲਾਂਕਿ ਮੈਂ ਤੁਹਾਡੀ ਗੱਲ ਨਹੀਂ ਸੀ ਰੋਕਣੀ ਚਾਹੁੰਦਾ, ਜਿੱਦਾਂ ਤੁਸੀਂ ਕਿਹਾ ਵੀ ਕੋਈ ਵੀ ਜਿਹੜਾ ਪੁਲਿਸ ਅਫਸਰ ਆ ਔਰ ਕਾਨੂੰਨ ਜਿਹੜਾ ਉਹ ਧਰਮ ਦੇ ਆਧਾਰ 'ਤੇ ਜਾਂ ਜਾਤੀ ਦੇ ਆਧਾਰ 'ਤੇ ਫੈਸਲਾ ਲੈਂਦਾ, ਉਹ ਇਹ ਦੇਖਦਾ ਵੀ ਜਿਹੜਾ ਪੁਲਿਸ ਅਫਸਰ ਲਾਇਆ ਗਿਆ ਉਹਨੂੰ ਨਾ ਤਾਂ ਕਿਸੇ ਖਾਸ ਜਾਤੀ ਨੂੰ ਸੁਰੱਖਿਅਤ ਰੱਖਣ ਵਾਸਤੇ, ਨਾ ਕਿਸੇ ਨੂੰ ਦੰਡ ਦੇਣ ਵਾਸਤੇ ਲਾਇਆ ਗਿਆ। ਪਰ ਇਹਨਾਂ ਦੇ ਸਮਿਆਂ ਦੇ ਵਿੱਚ ਜਿਹੜਾ ਸਾਨੂੰ ਪਤਾ ਵੀ ਜਦੋਂ ਸੈਣੀ ਦਾ ਜਿਹੜਾ ਕਿ ਸਿੱਕਾ ਬੋਲਦਾ ਸੀ, DGP ਸੀ ਜਾਂ ਗਿੱਲ ਸੀ, ਉਦੋਂ ਅਜਿਹਾ ਸੀ ਇਹਨਾਂ ਨੇ ਕੁਛ ਪਾਰਟੀਆਂ ਬਣਾਈਆਂ ਸੀ, ਜਿੱਦਾਂ ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾਈ ਹੋਈ ਸੀ, ਕੁਛ ਆਪਣੇ ਆਪ ਨੂੰ ਸੂਬਾ ਸਰਹੰਦ ਦਿਖਾਉਂਦੇ ਸੀ। ਉਹ ਮੁੰਡਿਆਂ ਦੀਆਂ ਜਿਹੜਾ ਕਿ ਕੇਸਾਂ ਖਿਲਾਫ, ਦਾੜੀਆਂ ਖਿਲਾਫ, ਪੱਗਾਂ ਖਿਲਾਫ, ਉਹਨਾਂ ਦੇ ਕਕਾਰ ਬਹੁਤ ਸਾਰਾ ਕੁਛ ਏਰੀਆ ਸੀਗਾ। ਤਾਂ ਉਹ ਸਾਡੇ ਜ਼ਿਹਨ ਦੇ ਵਿੱਚ ਬੈਠਿਆ ਹੋਇਆ ਸੀ। ਗਾਹੇ ਬਗਾਹੇ ਜਦੋਂ ਕਹਾਣੀਆਂ ਸੁਣਦੇ ਆ ਵੀ ਇਸ ਤਰ੍ਹਾਂ ਦਾ ਉਹ ਸਮਾਂ ਰਿਹਾ। ਠੀਕ ਹੈ, ਮੂਵਮੈਂਟ ਸੀਗੀ ਪੰਜਾਬ ਦੇ ਵਿੱਚ, ਹਥਿਆਰਬੰਦ ਮੂਵਮੈਂਟ ਸੀ। ਹੋਣਗੇ ਕੁਛ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੇ ਹਥਿਆਰ ਚੁੱਕ ਕੇ ਆਪਣਾ ਰਾਹ ਚੁਣ ਲਿਆ, ਪਰ ਉਹਨਾਂ ਦੀਆਂ ਮਾਵਾਂ ਨੂੰ, ਉਹਨਾਂ ਦੀਆਂ ਦਾਦੀਆਂ ਨੂੰ, ਉਹਨਾਂ ਦੇ ਬਜ਼ੁਰਗ ਦਾਦਿਆਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਕਰ ਬਹੁਤ ਸਾਰਾ ਮਤਲਬ ਇਹਨਾਂ ਦੇ ਇੱਕ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਰਹੇ ਆ। ਤਾਂ ਉਹ ਗੱਲਾਂ ਲਿਖੀਆਂ ਗਈਆਂ ਨੇ, ਉਹ ਕਿਉਂਕਿ ਪੂਰੇ ਦਾ ਪੂਰਾ ਢਾਂਚਾ ਸੀ ਨਾ। ਮੁੱਖ ਮੰਤਰੀ ਵੀ ਉਸ ਤਰ੍ਹਾਂ ਦਾ, ਬੇਅੰਤ ਸਿੰਘ DGP ਵੀ ਉਸ ਤਰ੍ਹਾਂ ਦਾ, ਉਹਨਾਂ ਨੇ ਥੱਲੇ ਆਪਣੀ ਟੋਲਾ ਬਣਾ ਲਿਆ, ਜੋ ਮਨ ਆਈਆਂ ਕਰਦੇ ਰਹੇ ਆ। ਤਾਂ ਹੁਣ ਤੁਸੀਂ ਆਪਾਂ ਇੱਧਰ ਆਉਣੇ, ਜਿੱਦਾਂ ਤੁਸੀਂ ਕਿਹਾ ਜੀ ਇਹਨਾਂ ਨੇ ਪੂਰੀ ਦੀ ਪੂਰੀ ਇੱਕ ਟੀਮ ਬਣਾਈ ਹੋਈ ਸੀ, ਤਾਂ ਇਹ ਸਾਰੀ ਇੰਚ ਇਨਵੋਲਵ ਹੋ ਜੂਗੀ, ਸਾਰਾ ਕੁਝ ਜਿਹੜਾ ਕਿ ਕੱਚਾ ਚਿੱਠਾ ਨੰਗਾ ਹੋ ਜਾਣਾ। ਦੇਖੋ ਮੈਂ ਉਹੀ ਕਹਿ ਰਿਹਾ, ਜਿਵੇਂ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਕਿ ਉਸ ਵੇਲੇ ਦੀ ਆਹ ਚੀਜ਼, ਗੱਲ ਮੈਂ ਫਿਰ ਉੱਥੇ ਹੀ ਜਾਣਾ। ਤੁਸੀਂ ਇੱਕ ਜਣੇ ਦੀ ਗਲਤੀ ਲਈ ਸਾਰੇ ਸਿਸਟਮ ਨੂੰ ਕਦੇ ਵੀ ਬਲੇਮ ਨਹੀਂ ਕਰ ਸਕਦੇ। ਕੋਈ ਵੀ ਮੂਵਮੈਂਟ ਜਦੋਂ ਵੀ ਕਿਸੇ ਨੂੰ ਲੀਗਲੀ ਤੁਸੀਂ ਕਿਸੇ ਦੇ ਖਿਲਾਫ ਪ੍ਰੋਸੀਡ ਕਰਦੇ ਹੋ, ਤੁਸੀਂ ਕਹਿ ਰਹੇ ਹੋ ਜੀ ਗੁਰਦੁਆਰਿਆਂ 'ਚੋਂ ਬੰਦੇ ਚੁੱਕ ਕੇ ਮਾਰੇ, ਉਹਨਾਂ 'ਚੋਂ ਕਿੰਨੀ ਫੈਮਿਲੀਜ਼ ਅੱਗੇ ਆ ਕੇ ਕੰਪਲੇਂਟਸ ਦੇ ਰਹੀਆਂ? ਅੱਜ ਮੈਨੂੰ ਇਹ ਦੱਸੋ। ਜਦੋਂ ਤੁਸੀਂ ਕੰਪਲੇਂਟ ਹੀ ਨਹੀਂ ਦੇਵੋਗੇ ਤਾਂ ਪ੍ਰੋਸੈਸ ਆਫ ਲਾਅ ਸ਼ੁਰੂ ਕੀ ਹੋਊਗਾ, ਐਕਸ਼ਨ ਕੀ ਹੋਊਗਾ? ਦੇਖੋ ਇੱਕ ਤੁਸੀਂ ਹੁਣ ਜਿਵੇਂ ਇੱਕ ਐਗਜ਼ਾਮਪਲ ਲਈ ਆਲਮ ਸੈਨਾ ਦਾ ਨਾਂ ਦਿੱਤਾ, ਮੈਂ ਫਿਰ ਉਹੀ ਗੱਲ ਪੁੱਛਦਾ, ਕਿਸੇ ਚੀਜ਼ ਨੂੰ ਇੱਕ ਫਰੇਜ਼ ਦੇ ਦੇਣਾ। ਤੁਸੀਂ ਸੁਮੇਧ ਸੈਣੀ ਦੇ ਬੰਦਿਆਂ ਨੂੰ ਕਹਿ ਦਿਓ, ਮੈਂ ਇੱਕ ਫਰੇਜ਼ ਯੂਜ਼ ਕਰਦਾ ਬੜੀ ਕਾਮਨਲੀ, ਕ੍ਰਿਮੀਨਲਸ ਇਨ ਯੂਨੀਫਾਰਮ। ਉਹ ਕਿਉਂ ਕਰਦਾ? ਬਿਕੋਜ਼ ਇਹਨਾਂ ਦੇ ਕੇਸਿਸ ਮੈਂ ਸਾਹਮਣੇ ਲਿਆਇਆ। ਮੈਂ ਸੈਣੀ ਨੂੰ ਜੇ ਓਪਨਲੀ ਚੈਲੰਜ ਕੀਤਾ ਹੈ ਕਿ ਸੈਣੀ ਤੇਰੀ ਇਨਵੈਸਟੀਗੇਸ਼ਨ ਤੂੰ ਦੱਸ ਕਿਹੜੀ ਤੂੰ ਚੈਲੰਜ ਕਰਦਾ ਕਿ ਫੇਅਰ ਸੀ, ਮੈਂ ਉਹਦੀਆਂ ਧੱਜੀਆਂ ਉਡਾ ਕੇ ਦਿਖਾਉਣਾ ਕਿ ਤੂੰ ਕਿਵੇਂ ਉਹਦੇ 'ਚ ਇਨੋਸੈਂਟ ਬੰਦੇ ਫਸਾਏ, ਤੇ ਮੈਂ ਆਪਣੀ ਗੱਲ 'ਤੇ ਸਟੈਂਡ ਕਰਦਾ। ਮੈਂ ਉਹ ਗੱਲ ਕਚਹਿਰੀ 'ਚ ਵੀ ਕਹਿਣਾ ਜੇ ਮੈਂ ਪਬਲਿਕਲੀ ਕਹਿ ਰਿਹਾ। ਪਬਲਿਕਲੀ ਕਹਿਣ ਤੋਂ ਪਹਿਲਾਂ ਮੈਂ ਪ੍ਰੂਫ ਆਪਣੇ ਹੱਥ 'ਚ ਰੱਖ ਕੇ ਮੈਂ ਕੋਰਟ ਦੇ ਵਿੱਚ ਉਹ ਚੀਜ਼ ਲਿਆਉਣਾ, ਫਿਰ ਮੈਂ ਪਬਲਿਕ ਦੇ ਸਾਹਮਣੇ ਕਹਿਣਾ। ਠੀਕ ਹੈ, ਉਸੇ ਤਰ੍ਹਾਂ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ, ਲੋਕਾਂ ਨੇ ਬਿਹਾਈਂਡ ਦਾ ਸੀਨ ਕੀ ਗੱਲਾਂ ਕਰ ਰਹੇ ਆ ਜਾਂ ਮੀਡੀਆ 'ਤੇ ਕੀ ਗੱਲਾਂ ਕਰ ਰਹੇ ਆ, ਉਹਦਾ ਕੋਈ ਰੈਲੇਵੈਂਸ ਨਹੀਂ ਹੈ ਉਸ ਚੀਜ਼ ਦੀ। ਰੈਲੇਵੈਂਸ ਉਸ ਚੀਜ਼ ਦੀ ਤਾਂ ਹੈ ਜਿਵੇਂ ਮੁਲਤਾਨੀ ਫੈਮਿਲੀ ਨੇ ਅੱਗੇ ਆ ਕੇ ਦਿੱਤੀ ਕੰਪਲੇਂਟ। ਹੁਣ ਮੈਨੂੰ ਇਹ ਗੱਲ ਦੱਸੋ,
ਮੁਲਤਾਨੀ ਸੀ ਕੌਣ? ਇੱਕ IAS ਆਫਿਸਰ ਦਾ ਬੇਟਾ ਜਿਹੜਾ ਸਿਟਕੋ ਦੇ ਵਿੱਚ ਇੱਕ ਇੰਜੀਨੀਅਰ ਸੀ। ਕੀ ਇਹ ਫੈਮਿਲੀ ਐਗਜ਼ਾਮਪਲ ਨਹੀਂ ਹੈ? ਇਹਨਾਂ ਨੇ ਹਥਿਆਰ ਨਹੀਂ ਚੁੱਕੇ। ਮੈਂ ਬਹੁਤ ਇੰਸਪਾਇਰ ਹੋਇਆ ਇਸ ਫੈਮਿਲੀ ਤੋਂ। ਇਹ ਕੇਸ ਕਰਦੇ ਹਾਂ ਜਿਹੜੀ ਇੱਕ ਫੈਕਟ ਹੈ, ਔਰ ਮੈਂ ਮਤਲਬ ਇਹ ਕਹਿਣਾ ਕਿ ਇਹਨਾਂ ਤੋਂ ਸਿੱਖਣ ਵਾਲੀ ਚੀਜ਼ ਹੈ ਕਿ IAS ਆਫਿਸਰ ਦੇ ਬੇਟੇ ਨੂੰ ਇਨਸਾਫ ਨਹੀਂ ਮਿਲਿਆ। ਉਹ IAS ਆਫਿਸਰ ਦੇ ਬੇਟੇ ਆਪਣੇ ਬੇਟੇ ਦੀ ਮੌਤ ਦੇ ਦਰਦ ਨੂੰ ਲੈ ਕੇ ਲੜਦੇ ਹੋਏ ਉਹ ਪੂਰੇ ਹੋ ਗਏ। ਅੱਜ ਉਹਨਾਂ ਦੇ ਬੇਟੇ ਨੇ ਉਹ ਲੜਾਈ ਲੜੀ, ਉਹ ਲੜਾਈ ਸ਼ੁਰੂ ਕੀਤੀ, ਬਟ ਅਗੇਨ ਹਥਿਆਰ ਨਹੀਂ ਚੁੱਕੇ, ਗਲਤ ਰਾਹ ਨਹੀਂ ਫੜਿਆ, ਹਿੰਮਤ ਨਹੀਂ ਹਾਰੀ, ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਿਆ, ਕਾਨੂੰਨ ਤੋਂ ਜ਼ਿਆਦਾ ਰੱਬ ਦੇ ਵਿੱਚ ਵਿਸ਼ਵਾਸ ਰੱਖਿਆ। ਅਤੇ ਮੈਨੂੰ ਤੁਸੀਂ ਇਹ ਦੱਸੋ ਕਿ ਇਹ ਸਿੱਖਣ ਵਾਲੀ ਚੀਜ਼ ਨਹੀਂ ਹੈ? ਮੈਂ ਆਪ ਕਹਿਣਾ ਹਥਿਆਰ ਚੁੱਕਣਾ ਕੋਈ ਆਪਸ਼ਨ ਨਹੀਂ। ਕੋਰਟ ਦੇ ਵਿੱਚ ਆਓ, ਲੜਾਈ ਲੜਨੀ ਸ਼ੁਰੂ ਕਰੋ। ਸੈਣੀ ਕਿੱਥੇ ਭੱਜ ਜੂਗਾ ਅਤੇ ਸੈਣੀ ਦੇ ਬੰਦੇ ਕਿੱਥੇ ਭੱਜ ਜਾਣਗੇ? ਬਚਾ ਲਵੇ ਜਿਨ੍ਹਾਂ ਨੂੰ ਇਹ ਬਚਾਉਂਦਾ ਰਿਹਾ, ਪਹਿਲਾਂ ਆਪ ਤਾਂ ਬਚ ਜੇ। ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਜਿਹੜੀ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ, ਜਦੋਂ ਤੁਸੀਂ ਸਿੱਖੀਜ਼ਮ ਦੀ ਗੱਲ ਕਰਦੇ ਹੋ ਅਤੇ ਇਹ ਨਾ ਭੁੱਲੋ ਗੁਰੂ ਸਾਹਿਬ ਨੇ ਸਾਨੂੰ ਇੱਕ ਬੜੀ ਕਲੀਅਰ ਚੀਜ਼ ਆਖੀ ਹੈ ਕਿ ਮਤਲਬ ਜੇ ਅਸੀਂ ਕਹੀਏ ਨਾਮ ਜਪੋ ਕਿਰਤ ਕਰੋ ਵੰਡ ਛਕੋ, ਉਹਦੇ 'ਚ ਸਭ ਤੋਂ ਪਹਿਲੀ ਚੀਜ਼ ਨਾਮ ਜਪੋ ਆਉਂਦੀ ਹੈ। ਨਾਮ ਸਾਨੂੰ ਕਿਉਂ ਜਪਣਾ ਹੈ? ਰੱਬ ਦੇ ਵਿੱਚ ਵਿਸ਼ਵਾਸ। ਨਾਮ ਕੋਈ ਵੈਸੇ ਨਾਂ ਲੈਣ ਵਾਲਾ ਨਹੀਂ ਹੈ, ਇਟ ਇਜ਼ ਰੱਬ ਦੇ ਵਿੱਚ ਅਟੁੱਟ ਵਿਸ਼ਵਾਸ। ਸੋ ਜੇ ਅਸੀਂ ਉਹ ਵਿਸ਼ਵਾਸ ਰੱਖ ਕੇ ਲੜਾਈ ਲੜਦੇ ਹਾਂ, ਕੋਈ ਕ੍ਰਿਮੀਨਲ ਹੋਵੇ, ਜਿੰਨਾ ਮਰਜ਼ੀ ਤਗੜਾ ਹੋਵੇ, ਉਹ ਸ਼ਿਕੰਜੇ 'ਚੋਂ ਨਿਕਲ ਨਹੀਂ ਸਕਦਾ ਔਰ ਉਹਨੂੰ ਉਹਦੇ ਪਾਪਾਂ ਦੀ ਸਜ਼ਾ ਦਿਵਾਉਣੀ ਲਾਜ਼ਮੀ ਹੁੰਦੀ ਹੈ। ਰੱਬ ਨੇ ਉਹ ਰਸਤਾ ਖੋਲ੍ਹਣਾ ਹੀ ਖੋਲ੍ਹਣਾ, ਕਿਵੇਂ ਖੋਲ੍ਹਣਾ ਰੱਬ ਜਾਣਨ। ਅਸੀਂ ਆਪਣੀ ਮਿਹਨਤ ਕਰਨੀ ਹੈ। ਸੋ ਇਸ ਕਰਕੇ ਮੈਂ ਕਹਿੰਦਾ ਸੁਮੇਧ ਸੈਣੀ ਦੇ ਖਿਲਾਫ ਇੱਕ ਜੇ ਮੁਹਿੰਮ ਸ਼ੁਰੂ ਕੀਤੀ, ਉਹਦੇ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਲੱਗ ਗਏ। ਕਿੱਥੇ ਸੁਮੇਧ ਸੈਣੀ ਇੱਕ ਕੇਸ 'ਚ ਅਕਿਊਜ਼ ਸੀ, ਕਿੱਥੇ ਬਹਿਬਲ ਕਲਾਂ ਬਰਗਾੜੀ 'ਚ ਵੀ ਅਕਿਊਜ਼ਡ ਹੋ ਗਿਆ। ਉਸ ਤੋਂ ਬਾਅਦ ਭਾਵੇਂ ਉਹ ਕੁਐਸ਼ ਹੋ ਗਈ, ਤਫਤੀਸ਼ ਤਾਂ ਅਜੇ ਵੀ ਚੱਲ ਰਹੀ ਹੈ ਨਾ। ਕਿੱਥੇ ਇੱਕ CBI ਦਾ ਕੇਸ ਸੀ, ਫਿਰ ਮੁਲਤਾਨੀ ਕੇਸ ਆਇਆ, ਫਿਰ ਕੋਟਕਪੂਰਾ ਅਤੇ ਬਰਗਾੜੀ ਵਾਲੇ ਆ ਗਏ ਕੇਸਿਸ। ਹੁਣ ਆ ਕਰਪਸ਼ਨ ਵਾਲਾ ਵੀ ਇਹਦਾ ਖੁੱਲ੍ਹ ਗਿਆ, ਹੁਣ ED ਦੇ ਵਿੱਚ ਵੀ ਚਲਾ ਗਿਆ। ਹੁਣ ਤੱਕ ਹਰ ਗੱਲ 'ਤੇ ਕਹਿੰਦਾ ਸੀ ਵੈਂਡੇਟਾ ਸਰਕਾਰ ਕਰ ਰਹੀ ਹੈ। ਹੁਣ ਦੱਸੋ ਕਿਹੜਾ ਵੈਂਡੇਟਾ? ED ਕੋਲ ਕੇਸ ਹੈ। ਸੋ ਜੇ ਆਪਾਂ ਉਸ ਐਂਗਲ ਤੋਂ ਦੇਖੀਏ, ਇੱਕ ਕੰਟੀਨਿਊਸ ਐਫਰਟ ਦੇ ਰਿਜ਼ਲਟ ਤਾਂ ਸਾਹਮਣੇ ਆ ਗਏ ਨਾ। ਨਿਮਰਤਦੀਪ ਉਹ ਬੰਦਾ ਸੀ ਜਿਹੜਾ ਇੱਕ ਜੱਜ ਦੇ ਖਿਲਾਫ ਝੂਠਾ ਸਟਿੰਗ ਆਪਰੇਸ਼ਨ ਕਰ ਰਿਹਾ ਸੀ, ਪਬਲਿਕ ਦੇ ਬੰਦੇ ਨਾਲ ਗੱਲ ਕਰ ਰਿਹਾ ਔਰ ਕਹਿ ਰਿਹਾ ਜੀ ਦੇਖੋ ਜੱਜ ਸਾਹਿਬ ਕਰਪਸ਼ਨ ਕਰ ਰਿਹਾ, ਪਬਲਿਕ 'ਚ ਗੱਲ ਹੈ। ਔਰ ਉਹ ਚੀਜ਼ ਦੇ ਉੱਤੇ ਸੈਣੀ ਨੂੰ ਕੰਪਲੇਂਟ ਦੇ ਕੇ ਜੱਜਿਸ ਦੇ ਇਲੀਗਲੀ ਫੋਨ ਟੈਪ ਕਰ ਰਿਹਾ। ਚੀਫ ਜਸਟਿਸ ਆਫ ਇੰਡੀਆ ਰਹੇ ਸੀ ਜਸਟਿਸ ਤੀਰਥ ਸਿੰਘ ਠਾਕੁਰ, ਜਦੋਂ ਇੱਥੋਂ ਦੇ ਚੀਫ ਜਸਟਿਸ ਸੀ, ਉਹਨਾਂ ਨੇ ਉਹ ਲੈਟਰ ਦੇ ਵਿੱਚ ਸੁਮੇਧ ਸੈਣੀ ਨੂੰ ਇੰਡਾਈਟ ਕੀਤਾ। ਉਸ ਤੋਂ ਬਾਅਦ ਵੀ ਇਹਨੂੰ ਕੰਟੀਨਿਊ ਕੀਤਾ ਗਿਆ, ਟੌਪ ਪੋਸਟ ਦੇ ਉੱਤੇ DGP ਬਣਾਇਆ ਗਿਆ। ਅਖੀਰ ਕੀ ਹੋਇਆ? ਉਸੇ ਸਰਕਾਰ ਨੂੰ DGP ਤੋਂ ਹਟਾਉਣਾ ਪਿਆ। ਇੱਕ ਕੇਸ ਖੁੱਲ੍ਹਿਆ, ਮੈਂ ਤਾਂ ਇੱਕ ਕੇਸ 'ਚ ਹੀ ਲੜਨਾ ਸ਼ੁਰੂ ਕੀਤਾ ਸੀ ਨਾ। ਜਿਹੜੇ ਪ੍ਰੂਫ ਮੈਂ ਉਸ ਕੇਸ 'ਚ ਲਾਏ ਲਓ, ਅੱਜ ਕਿੰਨੇ ਸੈਣੀ ਦੇ ਖਿਲਾਫ ਚੀਜ਼ਾਂ ਖਿਲਣੀਆਂ ਸ਼ੁਰੂ ਹੋ ਗਈਆਂ। ਉਸੇ ਨਿਮਰਤ ਦਾ ਲਿੰਕ ਬਾਹਰ ਆਇਆ, ਔਰ ਸੈਣੀ ਦਾ ਲਿੰਕ ਇਕੱਲੇ ਪੁਲਿਸ ਵਾਲਿਆਂ ਨਹੀਂ, ਨਿਹੰਗ ਅਜੀਤ ਸਿੰਘ ਪੁੱਲੇ ਵਰਗਿਆਂ ਨਾਲ ਸੈਣੀ ਦੇ ਲਿੰਕ ਨੋਨ ਹੈ। ਉਹ ਕਿੰਨਾ ਵੱਡਾ ਬਦਮਾਸ਼ ਰਿਹਾ ਹੈ, ਕਿੰਨੀ ਉਹਨੇ ਆਪਣੇ ਵਰਦੀ ਦੀ ਦੁਰਵਰਤੋਂ ਕੀਤੀ ਹੈ, ਇਹ ਤਾਂ ਜਗ ਜ਼ਾਹਿਰ ਹੈ। ਔਰ ਮੈਂ ਅੱਜ ਵੀ ਆਹੀ ਕਹਿਣਾ ਕਿ ਲੋਕੀ ਅੱਗੇ ਨਹੀਂ ਆ ਰਹੇ, ਨਹੀਂ ਤਾਂ 4 ਨਹੀਂ ਇਹਦੇ ਖਿਲਾਫ 400 ਕੇਸ ਹੋ ਜਾਂਦੇ। ਤਾਂ ਵਰਦੀ ਦੀ ਦੁਰਵਰਤੋਂ ਕੀਤੀ ਹੈ, ਜਦੋਂ ਸੱਤਾ ਦਾ ਜਾਂ ਇੱਕ ਕੁਰਸੀ ਦਾ, ਤਾਕਤ ਦਾ ਹੰਕਾਰ ਹੁੰਦਾ, ਉਹ ਕਈ ਵਾਰ ਥੱਲੇ ਬੰਦੇ ਜਿਹੜੇ ਤੁਰੇ ਫਿਰਦੇ ਉਹ ਕੀੜੇ ਮਕੌੜੇ ਦਿਸਦੇ, ਅਸੀਂ ਦੇਸੀ ਭਾਸ਼ਾ 'ਚ ਕਹੀਏ ਤਾਂ। ਸੁਮੇਧ ਸੈਣੀ ਦੇ ਖਿਲਾਫ ਜਿਹੜਾ ਬਹੁਤ ਸਾਰੇ ਕੇਸ ਸਾਹਮਣੇ ਆ ਰਿਹਾ, ਜਿਹੜਾ ਹੁਣ ਲੇਟੈਸਟ ਕੇਸ ਹੈਗਾ ਜਿਹਦੇ ਖਾਤੇ ਸੀਲ ਕੀਤੇ ਗਏ। ਚਲੋ ਇੱਕ ਤਾਂ ਉਹ ਲਾਈਨ ਆ ਜੀ, ਉਦੋਂ ਅੱਤਵਾਦ ਸੀਗਾ, ਉਹ ਮੈਂ ਉਹਨੂੰ ਉਹ ਸ਼ਬਦ ਵਰਤਿਆ। ਸੈਣੀ ਸ਼ਰੇਆਮ ਕਹਿੰਦਾ ਰਿਹਾ ਵੀ ਬਹੁਤ, ਜਿੱਦਾਂ ਗੁਰਦਾਸਪੁਰ ਕਾਂਡ ਹੋਇਆ ਸੀਗਾ ਪਿੱਛੇ ਜੇ ਬੰਬ ਕਾਂਡ, ਉੱਥੇ ਵੀ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਲਾਓ, ਇਹਨਾਂ ਨੂੰ ਇਨਵੈਸਟੀਗੇਸ਼ਨ ਦਿਓ ਜੀ, ਬਹੁਤ ਸਖਤ ਜਿਹੜਾ ਹੈਗਾ ਆਫਿਸਰ। ਤਾਂ ਜਿਹੜਾ ਹੁਣ ED ਦੀ ਜਾਂਚ ਆ ਜਾਏ ਕੁਛ, ਇਹ ਵੀ ਕੀ ਜਿਹੜਾ ਕੁਛ ਇਹਨੇ ਖਾਤਿਆਂ ਰਾਹੀਂ ਕੀਤਾ, ਲੈਣ ਦੇਣ ਕੀਤਾ, ਜਾਂ ਉਹ ਵੀ ਕੋਈ ਅੱਤਵਾਦ ਦੇ ਖਿਲਾਫ ਕੀਤਾ ਹੋਊਗਾ? ਮੈਂ ਤੁਹਾਨੂੰ ਪਹਿਲਾਂ ਤਾਂ ਸਖਤ ਅਫਸਰ ਦਾ ਜਵਾਬ ਦੇ ਦੇਣਾ। ਸਖਤ ਅਫਸਰ ਤਾਂ ਇਹ ਇੰਨਾ ਹੈ ਕਿ ਇਹਦੇ ਵੇਲੇ ਸੁੱਖਾ ਕਾਲਵਾ ਕੇਸ ਹੋਇਆ ਸੀ, ਉਹਨੂੰ ਮਾਰਿਆ ਸੀ, ਠੀਕ ਹੈ। ਸੁਮੇਧ ਸੈਣੀ ਦੀ ਇੰਟੈਲੀਜੈਂਸ ਵੇਖੋ ਕਿੰਨੀ ਵਧੀਆ ਸੀ। ਸੁੱਖਾ ਕਾਲਵਾ ਨੂੰ ਲੈ ਕੇ ਜਾ ਰਹੇ ਹੈ ਗੱਡੀ ਦੇ ਵਿੱਚ, 2 ਗੱਡੀਆਂ ਦੇ ਵਿੱਚ ਸੋ ਕਾਲਡ ਗੈਂਗਸਟਰ, ਕੌਣ ਬੰਦੇ ਸੀ ਪਤਾ ਨਹੀਂ, ਉਹ ਆਏ। ਉਹਨਾਂ ਨੇ ਸਰਕਾਰੀ ਗੱਡੀ, ਉਹ ਜਿਹੜੀ ਜਿਹਦੇ ਵਿੱਚ ਹਾਈ ਸਿਕਿਉਰਿਟੀ ਦੇ ਵਿੱਚ ਉਹਨੂੰ ਲੈ ਕੇ ਜਾ ਰਹੇ ਸੀ, ਉਹ ਘੇਰੀ ਗੱਡੀ। ਇਹਨਾਂ ਬੰਦਿਆਂ ਕੋਲ ਦੇਸੀ ਕੱਟੇ ਸੀ, ਜਿਹੜੇ ਸੋ ਕਾਲਡ ਗੈਂਗਸਟਰ ਸੀ। ਪੁਲਿਸ ਵਾਲਿਆਂ ਕੋਲ ਕਾਰਬਾਈਨ ਸੀਗੀਆਂ। ਦੇਸੀ ਕੱਟਿਆਂ 'ਤੇ ਉਹ ਕਾਰਬਾਈਨ ਖੋਹ ਲੀਆਂ। ਸੁੱਖਾ ਕਾਲਵਾ ਨੂੰ ਉੱਥੇ ਮਾਰਿਆ, ਉੱਥੇ ਭੰਗੜਾ ਪਰਫਾਰਮ ਕੀਤਾ, ਫੋਟੋਆਂ ਖਿੱਚੀਆਂ, ਫੇਸਬੁੱਕ 'ਤੇ ਪਾਈਆਂ, ਚਲੇ ਗਏ। ਜਾਂਦੇ ਹੋਏ ਪੁਲਿਸ ਵਾਲਿਆਂ ਦੀ ਕਾਰਬਾਈਨ ਸੁੱਟ ਗਏ। ਹੁਣ ਇਸ ਤੋਂ ਜ਼ਿਆਦਾ ਪੁਲਿਸ ਦੀ ਪ੍ਰੋਟੈਕਸ਼ਨ ਦਾ ਕੀ ਮਜ਼ਾਕ ਉੱਡੂਗਾ? ਵੀ ਦੇਸੀ ਕੱਟਾ ਦਿਖਾ ਕੇ ਕਾਰਬਾਈਨ ਖੋਲੀ, ਪੁਲਿਸ ਵਾਲੇ ਗੋਲੀ ਵੀ ਨਹੀਂ ਚਲਾ ਸਕੇ, ਇੰਟੈਲੀਜੈਂਸ ਕੋਲ ਖਬਰ ਵੀ ਨਹੀਂ ਸੀ ਕਿ ਉਹਦੇ 'ਤੇ ਅਟੈਕ ਹੋਣ ਜਾ ਰਿਹਾ। ਇਹ ਸੁਮੇਧ ਸਿੰਘ ਸੈਣੀ ਨੂੰ ਤੁਸੀਂ ਸਖਤ ਅਫਸਰ ਕਹਿੰਦੇ ਹੋ?
ਇਹਦੇ ਵਰਗਾ ਤਾਂ ਮੈਂ ਕਹਿੰਦਾ ਢਿੱਲਾ ਔਰ ਨਿਕੰਮਾ ਅਫਸਰ ਹੀ ਕੋਈ ਨਹੀਂ ਸੀ ਜਿਹਨੇ ਸਿਰਫ ਇਲੀਗਲੀ ਬੰਦੇ ਮਾਰੇ ਆ। ਦੇਖੋ ਮੈਂ ਸ਼ੁਰੂ ਤੋਂ ਕਹਿਣਾ ਸੁਮੇਧ ਸੈਣੀ ਇੱਕ ਡਰਪੋਕ ਅਫਸਰ ਹੈ, ਕਿਉਂਕਿ ਹੁਣ ਚਲੋ ਮੁਲਤਾਨੀ ਕੇਸ 'ਤੇ ਹੀ ਮੈਂ ਇੱਕ ਮਿੰਟ ਐਗਜ਼ਾਮਪਲ ਦਿੰਦਾ। ਮੁਲਤਾਨੀ ਨੂੰ ਕਿਸ ਤਰ੍ਹਾਂ ਟੌਰਚਰ ਕੀਤਾ ਗਿਆ? ਪਹਿਲੀ ਗੱਲ ਤਾਂ ਟੌਰਚਰ ਵੈਸੇ ਹੀ ਕਾਨੂੰਨੀ ਨਹੀਂ ਹੈ, ਚੀਜ਼ ਇਲੀਗਲ ਹੈ, ਪਰ ਉਹ ਹੈਵਾਨੀਅਤ ਦੇਖੋ ਕਿ ਬੰਦੇ ਨੂੰ ਇੰਨਾ ਮਾਰਿਆ ਉਹਦੀ ਅੱਖ ਬਾਹਰ ਆ ਗਈ, ਉਹਦੇ ਸਟਿਕ ਇਨਸਰਟ ਕਰਤੀ ਪਿੱਛੇ, ਉਹਦੇ 'ਤੇ ਠੁੱਡਾਂ ਮਾਰੀਆਂ ਸਟਿਕ ਡੰਡੇ ਦੇ ਉੱਤੇ। ਇਹੋ ਜਿਹਾ ਟੌਰਚਰ ਹੈਵਾਨੀਅਤ ਭਰਿਆ, ਇਹ ਕੋਈ ਛੋਟੀ ਗੱਲ ਹੈ? ਇਹੋ ਜਿਹਾ ਇੱਕ ਮਤਲਬ ਇਹੋ ਜਿਹਾ ਵਰਦੀ ਪਾਉਣ ਵਾਲਾ ਹੈ ਤੇ ਉਹ ਰੱਖਿਆ ਕਾਹਦੀ ਕਰੂਗਾ? ਦੂਜੀ ਗੱਲ, ਇਹਨੇ ਕਦੇ ਵੀ ਇਹਨੇ ਜਿਹੜੀ ਉਹ ਹਿੰਦੂ ਫੈਮਿਲੀ ਜਿਹੜੀ ਟਰਾਇਲ ਜਿਹਦੇ ਵਿੱਚ ਸੈਣੀ ਫੇਸ ਕਰ ਰਿਹਾ CBI ਕੇਸ ਹੈ, ਉਹਦੇ ਵਿੱਚ ਵੀ ਤਾਂ ਸੁਮੇਧ ਸੈਣੀ ਨੇ ਆਈ ਕਿਹਾ ਨਾ ਜੀ ਇਹ ਬੰਦੇ ਗਲਤ ਸੀ, ਇਹ ਕ੍ਰਾਈਮ ਕਰ ਰਹੇ ਸੀ। ਹੁਣ ਜਦੋਂ ਇਹ ਤਫਤੀਸ਼ ਪੰਜਾਬ ਪੁਲਿਸ ਤੋਂ CBI ਕੋਲ ਗਈ ਤੇ ਨਿਕਲਿਆ ਸੁਮੇਧ ਸੈਣੀ ਗਲਤ ਸੀ, ਉਹ ਬੰਦੇ ਸਹੀ ਸੀ। ਸੋ ਇਸੇ ਤਰ੍ਹਾਂ ਸੈਣੀ ਦੇ ਜਿਹੜੇ ਵੀ ਕੇਸ CBI ਕੋਲ ਜਾਂਦੇ ਹੈ, ਆ ਵੀ ਤਾਂ ਸੈਣੀ ਤੇ ਮੁਲਤਾਨੀ ਕੇਸ ਦੇ ਵਿੱਚ ਪਹਿਲਾਂ ਤਫਤੀਸ਼ ਦੇ ਵਿੱਚ ਸੈਣੀ ਤੇ ਹੀ ਪਰਚਾ ਹੋਇਆ ਨਾ। CBI ਨੇ 2008 'ਚ FIR ਕੀਤੀ ਸੀ, ਪੰਜਾਬ ਪੁਲਿਸ ਨੇ ਉੱਥੋਂ ਸ਼ੁਰੂ ਕੀਤਾ ਜਿੱਥੇ CBI ਦੀ ਇਨਵੈਸਟੀਗੇਸ਼ਨ ਸੀ ਕਿ ਸੁਮੇਧ ਸਿੰਘ ਸੈਣੀ ਨੇ ਇਨੋਸੈਂਟ ਬੰਦੇ ਮਾਰੇ ਹੈ। ਅੱਜ ਵੀ ਉਹੀ ਗੱਲ ਆਉਂਦੀ ਹੈ। ਔਰ ਸੁਮੇਧ ਸੈਣੀ ਦੀ ਜਿਹੜੀ ਕਰਪਸ਼ਨ ਹੈ ਇਹ ਕਿਤੇ ਵੀ ਹੈ, ਇਹ ਤਾਂ ਅਬਿਊਜ਼ ਆਫ ਆਫੀਸ਼ੀਅਲ ਪੋਜੀਸ਼ਨ ਹੈ, ਵਰਦੀ ਦੀ ਦੁਰਵਰਤੋਂ ਹੈ, ਇਹ ਤਾਂ ਹਰ ਜਗ੍ਹਾ ਰਿਕਾਰਡ 'ਤੇ ਹੈ। ਔਰ ਇਹ ਸਿਰਫ ਤੁਸੀਂ ਵੇਖੋਗੇ ਨਿਮਰਤ ਵਰਗੇ ਤਾਂ ਇੱਕ ਜਾਣੇ ਦਾ ਆ ਰਿਹਾ, ਅਮਨ ਸਕੋਡਾ ਦੀ ਮੈਂ ਐਗਜ਼ਾਮਪਲ ਦਿੱਤੀ ਹੈ। ਉਸ ਕੇਸ ਨੂੰ ਸੁਮੇਧ ਸੈਣੀ ਨੇ ਕਿਉਂ ਦਬਾਇਆ? ਕਿਉਂਕਿ ਉਹਦਾ ਇਹਦੇ ਘਰ ਆਉਣਾ ਜਾਣਾ ਸੀ, ਉਹਦੀ ਕਾਲ ਸੀਗੀਆਂ ਇਹਨੂੰ, ਉਹਦੇ ਕੋਲ ਡਾਇਰੈਕਟ ਉਹਦੀ ਪ੍ਰੂਫ ਆ ਰਿਹਾ ਸੀ ਉਸ ਕੇਸ ਦੇ ਵਿੱਚ ਕਿ ਅਮਨ ਸਕੋਡਾ ਨੇ ਕਿਵੇਂ ਪੇਮੈਂਟ ਸੁਮੇਧ ਸਿੰਘ ਸੈਣੀ ਨੂੰ ਕੀਤੀਆਂ, ਕਿਵੇਂ ਉਹਨੇ ਪੁਲਿਸ ਮਹਿਕਮਾ ਵਰਚੁਅਲੀ ਅਮਨ ਸਕੋਡਾ ਨੇ ਰਨ ਕੀਤਾ ਜਦੋਂ ਸੁਮੇਧ ਸਿੰਘ ਸੈਣੀ DGP ਸੀ। ਹੁਣ ਤੁਸੀਂ ਮੈਨੂੰ ਦੱਸੋ ਜੇ ਸਾਡੇ 'ਚੋਂ ਕਿਸੇ ਦਾ ਵੀ ਡਰੱਗ ਕੇਸ ਦੇ ਵਿੱਚ ਕੋਈ ਨਾਂ ਵੀ ਲੈ ਦੇ ਅਕਿਊਜ਼ ਤੇ ਪੁਲਿਸ ਸਿੱਧਾ ਅਰੈਸਟ ਨਹੀਂ ਕਰਦੀ? ਆਮ ਬੰਦੇ ਨਾਲ ਕੀ ਹੁੰਦਾ? ਉਮਰਾਨ ਅੰਗਲ ਦਾ ਨਾਂ ਵੀ ਆ ਗਿਆ ਤਫਤੀਸ਼ ਦੇ ਵਿੱਚ, ਐਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਅਸਿਸਟੈਂਟ ਡਾਇਰੈਕਟਰ ਨੇ ਕਹਿਤਾ ਕਿ ਮੇਰੀ ਤਫਤੀਸ਼ ਦੇ ਵਿੱਚ ਉਮਰਾਨ ਅੰਗਲ ਅਕਿਊਜ਼ਡ ਹੈ, ਤਾਂ ਵੀ ਉਹਦੇ ਖਿਲਾਫ ਮਤਲਬ ਉਹਦਾ ਨਾਂ ਆਇਆ, ਉਹਨੂੰ ਮੈਂ ਬੁਲਾ ਕੇ ਪੁੱਛਗਿੱਛ ਕੀਤੀ, ਤਾਂ ਵੀ ਉਹਦੇ ਖਿਲਾਫ ਕੋਈ ਡਿਸਪਲਿਨਰੀ ਪ੍ਰੋਸੀਡਿੰਗ ਨਹੀਂ ਸ਼ੁਰੂ ਹੋਈ। ਉਸ ਤੋਂ ਬਾਅਦ ਇੱਕ ਦੂਜੇ ਪਰਚੇ ਦੇ ਵਿੱਚ ਉਮਰਾਨ ਅੰਗਲ ਦਾ ਹੁਣ ਨਾਂ ਆ ਰਿਹਾ ਡਰੱਗਸ ਦੇ, ਉਹਦੇ ਵਿੱਚ ਉਹਨੂੰ ਸਸਪੈਂਡ ਕਰਤਾ, ਅੱਜ ਤੱਕ ਉਹ ਨਾਮਜ਼ਦ ਨਹੀਂ ਹੋਇਆ ਤਫਤੀਸ਼ 'ਚ। ਸੋ ਸੁਮੇਧ ਸਿੰਘ ਸੈਣੀ ਨੇ ਇਹੋ ਜਿਹੇ ਆਫਿਸਰਸ ਪਾਲੇ ਹੀ ਤਾਂ ਹੀ ਇਹਨੂੰ ਲੁਧਿਆਣੇ ਤੋਂ ਇਹਨੇ ਕੋਟਕਪੂਰਾ ਤੇ ਬਰਗਾੜੀ ਦੇ ਲਈ ਇੰਚਾਰਜ ਬਣਾ ਕੇ ਭੇਜਿਆ ਕਿ ਇਨੋਸੈਂਟ ਪਬਲਿਕ ਤੇ ਤਸ਼ੱਦਦ ਢਾ ਸਕੇ, ਔਰ ਉਹੀ ਹੋਇਆ। ਜਿਸ ਤਰ੍ਹਾਂ ਹੁਣ ਤੁਸੀਂ ਖੁਦ 3-4 ਉਦਾਹਰਨਾਂ ਦਿੱਤੀਆਂ, ਉਮਰਾਨ ਅੰਗਲ ਦੀ ਦਿੱਤੀ ਹੈ, ਸੈਣੀ ਦੀ ਦਿੱਤੀ, ਇਹਨਾਂ ਨੂੰ ਕੁਛ ਜਿੱਥੇ ਲੱਗਦਾ ਹੁੰਦਾ ਕੁਛ ਵੱਡਾ ਪੱਧਰ ਤੇ ਗਲਤ ਮਲਤ ਕਰਨਾ, ਜਿੱਦਾਂ ਬਰਗਾੜੀ ਕਾਂਡ ਸ਼ਰੇਆਮ। ਜੀ ਉਮਰਾਨ ਅੰਗਲ ਦੇ ਨਾਲ ਕੌਣ ਗਿਆ ਸੀ? ਪਰਮਜੀਤ ਪੰਨੂ ਗਿਆ ਸੀ। ਪਰਮਜੀਤ ਪੰਨੂ ਸੈਣੀ ਨਾਲ ਦਿੱਲੀ ਟ੍ਰਾਇਲ ਫੇਸ ਕਰ ਰਿਹਾ ਲੁਧਿਆਣਾ ਫੈਮਿਲੀ ਮਾਰਨ ਲਈ। ਸੁਰਜੀਤ ਗਰੇਵਾਲ ਜਿਹੜਾ ਕਰਪਸ਼ਨ ਦੇ ਲਈ ਅੰਦਰ ਗਿਆ ਹੈ, ਉਹ ਸੈਣੀ ਦਾ ਸੱਜਾ ਹੱਥ ਸੀ ਜਿੰਨੀ ਦੇਰ ਵਿਜੀਲੈਂਸ 'ਚ ਰਿਹਾ। ਹੁਣ ਸੁਮੇਧ ਸੈਣੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਸ਼ਿਵ ਕੁਮਾਰ ਦਾ ਬੇਟਾ ਕੀ ਕਰ ਰਿਹਾ। ਜਦੋਂ ਤੱਕ ਉਹ ਫੜਿਆ ਨਹੀਂ ਗਿਆ, ਪੁਲਿਸ ਨੇ ਫੜਿਆ, ਅੰਦਰ ਦਿੱਤਾ, ਔਰ ਉਸ ਤੋਂ ਬਾਅਦ ਉਹ ਟ੍ਰਾਇਲ ਅੰਬਾਲਾ ਟ੍ਰਾਂਸਫਰ ਹੋਈ। ਜੇ ਇਨਫਲੂਐਂਸ ਨਹੀਂ ਸੀ, ਸ਼ਿਵ ਕੁਮਾਰ ਨੂੰ ਸੈਣੀ ਐਕਸਟੈਂਸ਼ਨਸ ਦਵਾ ਰਿਹਾ ਸੀ, ਬੇਟਾ ਉਹਦਾ ਡਾਇਮੰਡ ਦੇ ਡਕੋਇਟੀ ਕੇਸ ਦੇ ਵਿੱਚ ਅੰਦਰ ਗਿਆ। ਕੋਈ ਛੋਟੀ ਗੱਲ ਥੋੜ੍ਹੀ ਹੈ। ਇਹੋ ਜਿਹੇ ਬੰਦੇ ਇਹਨੇ ਪਾਲੇ ਹੈ ਤੇ ਕਰਪਸ਼ਨ ਨਹੀਂ ਕਰ ਰਿਹਾ ਸੀ ਤਾਂ ਹੋਰ ਕੀ ਕਰ ਰਿਹਾ ਸੀ? ਕਿਹੜੀ ਇਮਾਨਦਾਰੀ ਦੀ ਆਪਾਂ ਗੱਲਾਂ ਕਰ ਰਹੇ ਹਾਂ? ਇਹ ਕਨਫਰਮ ਹੈ। ਤਾਂ ਫਿਰ ਇਹਨਾਂ ਨੂੰ ਪਾਲਦਾ ਕੌਣ ਹੈ? ਦੇਖੋ ਸੈਣੀ ਕੋਈ ਕੱਲ੍ਹ ਜਾਂ ਪਰਸੋਂ ਜਾਂ ਹਫ਼ਤਾ 10 ਦਿਨ ਪਹਿਲਾਂ ਤੇ ਇਸ ਮਹਿਕਮੇ 'ਚ ਨਹੀਂ ਆਇਆ ਔਰ ਇਸ ਤਰ੍ਹਾਂ ਦੇ ਕੰਮ ਨਹੀਂ ਕਰਨ ਲੱਗਿਆ। 90-91 ਦੇ ਵਿੱਚ ਉਹਨੇ ਅਜਿਹੇ ਕੰਮ ਕੀਤੇ ਹੈ ਜਿਹੜੇ ਅੱਜ ਵੀ ਜਦੋਂ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ ਤਾਂ ਦੇਖਦੇ ਹਾਂ ਤਾਂ ਬਿਲਕੁਲ ਰੂਹ ਕੰਬ ਉੱਠਦੀ ਵੀ ਇਸ ਤਰ੍ਹਾਂ ਕਰਦਾ ਕੋਈ, ਕਿਸ ਤਰ੍ਹਾਂ ਪੋਸੀਬਲ, ਕਿਸ ਤਰ੍ਹਾਂ ਬੰਦਾ ਤੇ ਕਰ ਨਹੀਂ ਸਕਦਾ, ਕੋਈ ਹਵਾ ਨਹੀਂ ਹੋਊਗਾ। ਤਾਂ ਫਿਰ ਇਹਨਾਂ ਨੂੰ ਪਾਲਦਾ ਕੌਣ ਹੈ? ਅੱਜ ਵੀ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਲੋਕ ਹੈਗੇ ਉਹ ਕਹਿੰਦੇ ਵੀ ਠੀਕ ਹੈ ਸਾਡੇ ਬੱਚੇ 'ਤੇ ਪਰਚਾ ਹੋਇਆ ਪਰ ਉਹਨਾਂ ਨਾਲ ਟੌਰਚਰ ਕੀਤਾ ਜਾ ਰਿਹਾ। ਬਹੁਤ ਸਾਰੇ ਬ੍ਰਿਟਿਸ਼ ਨੌਜਵਾਨ ਜੱਗੀ ਜੌਲ ਹੈ, ਉਹਨੂੰ 3rd ਡਿਗਰੀ ਟੌਰਚਰ ਦਿੱਤਾ ਜਾ ਰਿਹਾ। ਬਹੁਤ ਸਾਰੇ ਅਜਿਹੇ ਮਾਮਲੇ ਹੈਗੇ, ਇਹਨਾਂ ਨੂੰ ਪਾਲਦਾ ਕੌਣ ਹੈ? ਫਿਰ ਦੇਖੋ ਗੱਲ ਇਹ ਆਉਂਦੀ ਹੈ ਨਾ ਕਿ ਸੱਚਾਈ ਸਾਹਮਣੇ ਲਿਆਊਗਾ ਕੌਣ? ਹੁਣ ਮੁਲਤਾਨੀ ਕੇਸ ਜਦੋਂ ਤੱਕ ਉਹ ਮੇਰੇ ਕੋਲ ਆਪ ਨਹੀਂ ਆਏ, ਕੀ ਮੈਂ ਕੇਸ ਲੜ ਸਕਦਾ ਸੀ? ਨਹੀਂ। ਮੈਨੂੰ ਤਾਂ 2011 ਦੇ ਵਿੱਚ ਵੀ ਪਤਾ ਸੀ, 2008 ਦੇ ਵਿੱਚ ਵੀ ਪਤਾ ਸੀ। ਜਦੋਂ ਮੈਂ ਇਸ ਕੇਸ ਦੇ ਵਿੱਚ 2008 ਔਨਵਰਡਸ ਭੁੱਲਰ ਫੈਮਿਲੀ ਵੱਲੋਂ ਮਿਸਟਰ ਬਾਲ ਗੋਪਾਲ ਨੂੰ ਅਸਿਸਟ ਕਰ ਰਿਹਾ ਸੀ, ਉਸ ਵੇਲੇ ਵੀ ਮੈਨੂੰ ਇਸ ਕੇਸ ਦੇ ਫੈਕਟਸ ਪਤਾ ਸੀ। ਜਦੋਂ ਅੱਜ ਮੁਲਤਾਨੀ ਫੈਮਿਲੀ 2020 'ਚ ਮੇਰੇ ਕੋਲ ਆਈ ਹੈ, ਮੈਂ ਤਾਂ ਕੇਸ ਉਦੋਂ ਲੜ ਸਕਿਆ ਨਾ। ਉਸੇ ਤਰ੍ਹਾਂ ਜੇ ਕੋਈ ਫੈਮਿਲੀ ਅੱਗੇ ਆਉਂਦੀ ਹੈ ਔਰ ਕਹਿੰਦੀ ਹੈ ਜੀ ਐਂ ਮਾਰਿਆ ਹੈ, ਤਾਂ ਕੋਈ ਕੇਸ ਲੜੂਗਾ। ਜੇ ਫੈਮਿਲੀ ਦੇ ਕਿਸੇ ਜੀ ਨੂੰ ਮਾਰਤਾ ਔਰ ਫੈਮਿਲੀ ਡਰ ਕੇ ਘਰ ਬਹਿ ਗਈ, ਤੇ ਮੈਨੂੰ ਦੱਸੋ ਇਹੋ ਜਿਹਾ ਨੂੰ ਪਾਲਣ ਦੀ ਗੱਲ ਕਿੱਥੋਂ ਆ ਗਈ? ਕਾਗਜ਼ ਤਾਂ ਉਹੀ ਜੋ ਬੋਲ ਰਹੇ ਹੈ ਉਸੇ 'ਤੇ ਐਕਸ਼ਨ ਹੋਣਾ। ਜੇ ਕਾਗਜ਼ਾਂ 'ਚ ਉਹਨਾਂ ਨੇ ਲਿਖਤਾ ਕਿ ਜੀ ਬਲਵੰਤ ਸਿੰਘ ਮੁਲਤਾਨੀ ਇੱਕ ਟੈਰਰਿਸਟ ਸੀ ਜਿਹਨੇ ਇਨੋਸੈਂਟ ਲੋਕਾਂ ਨੂੰ ਮਾਰਿਆ। ਦੇਖੋ ਟੈਰਰਿਸਟ ਕੌਣ ਹੁੰਦਾ ਹੈ? ਉਹ ਹੁੰਦਾ ਹੈ ਜਿਹੜਾ ਇਨੋਸੈਂਟ ਲੋਕਾਂ ਨੂੰ ਮਾਰ ਰਿਹਾ। ਉਹ ਤਾਂ ਵਿਚਾਰਾ ਆਪ ਇਨੋਸੈਂਟ ਸੀ, ਉਹ ਕਿਸੇ ਨੂੰ ਕਿਉਂ ਮਾਰੂਗਾ? ਜਿਹਨੇ ਇੱਕ
ਰਾਹ ਜਾਂਦੇ ਬੰਦੇ ਨੂੰ ਇਹੋ ਜਿਹੀ ਤਸ਼ੱਦਦ ਉਹਦੇ 'ਤੇ ਕਰਕੇ ਉਹਨੂੰ ਮਾਰ ਕੇ ਉਹਨੂੰ ਇੱਕ ਇਹੋ ਜਿਹਾ ਉਹਦੇ 'ਤੇ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਸੁਮੇਧ ਸਿੰਘ ਸੈਣੀ ਵਰਗੇ। ਜਦੋਂ ਤੱਕ ਤੁਸੀਂ ਉਸ ਚੀਜ਼ ਦੀ ਤਫਤੀਸ਼ ਨਹੀਂ ਕਰਾਓਗੇ ਤੇ ਪਬਲਿਕ ਦੇ ਸਾਹਮਣੇ ਜਾਂ ਸੀਨੀਅਰ ਆਫਿਸਰਸ ਦੇ ਸਾਹਮਣੇ ਸੱਚਾਈ ਕਿਵੇਂ ਆਊਗੀ? ਹੁਣ ਮੈਂ ਇਸ ਕੇਸ ਤੋਂ ਬਾਅਦ ਹੀ ਲੈ ਲਓ, YouTube ਦੇ ਉੱਤੇ ਬਹੁਤ ਲੋਕੀ ਗੱਲਾਂ ਕਰ ਰਹੇ ਹੈ, ਕਿੰਨੇ ਕੁ ਲੋਕਾਂ ਨੇ ਅੱਗੇ ਆ ਕੇ ਕੰਪਲੇਂਟ ਦਿੱਤੀ? ਬਾਕੀ ਛੱਡੋ, ਮੈਂ ਇਸ ਕੇਸ ਨੂੰ ਲੜ ਰਿਹਾ, ਲੋਕਾਂ ਨੇ 10 ਰੀਜ਼ਨਸ ਲੋਕਾਂ ਨੇ ਮੈਨੂੰ ਐਟਰੀਬਿਊਟ ਕਰਤੇ। ਕਿਸੇ ਨੇ ਕਿਹਾ ਕਿ ਮੈਂ ਕਦੇ ਆਪਣੀ ਪ੍ਰੋਫੈਸ਼ਨਲ ਚੀਜ਼ ਐਕਸੀਡ ਕੀਤੀ? ਮੈਂ ਕਿਸੇ ਨੂੰ ਰੋਕਿਆ ਕਿ ਤੁਸੀਂ ਅੱਗੇ ਆ ਕੇ ਸੈਣੀ ਦਾ ਕੇਸ ਲੜ ਲਓ? ਮੇਰੇ ਤੋਂ ਪਹਿਲਾਂ ਕਿੰਨੇ ਵਕੀਲ ਹੈਗੇ, ਜਿਹੜਾ ਮਰਜ਼ੀ ਲੜ ਲਵੇ, ਮੈਂ ਤਾਂ ਕਿਸੇ ਨੂੰ ਨਹੀਂ ਰੋਕਿਆ। ਉਸੇ ਤਰ੍ਹਾਂ ਘਰ ਬੈਠ ਕੇ ਗੱਲ ਕੀਤੇ ਆ, ਕੋਈ ਬੰਦਾ ਪਲਦਾ ਨਹੀਂ ਹੈ। ਸੈਣੀ ਨੇ ਇੱਕ ਐਕਟ ਕੀਤਾ, ਉਹਨੇ ਕਾਗਜ਼ਾਂ 'ਚ ਸਾਰੀ ਐਵੀਡੈਂਸ ਫੈਬਰੀਕੇਟ ਕਰਕੇ ਰਿਕਾਰਡ ਕ੍ਰੀਏਟ ਕਰਤਾ। ਰਿਸਪੌਂਸਿਬਿਲਿਟੀ ਉਹ ਫੈਮਿਲੀ ਦੀ ਵੀ ਕੋਈ ਹੈ, ਜਿਹੜਾ ਅੱਗੇ ਆ ਕੇ ਜਿਹਦਾ ਕਹਿਣਾ ਇਹ ਬਣਦਾ ਹੈ ਕਿ ਜੀ ਦੇਖੋ ਸਾਡੇ ਬੱਚੇ ਨਾਲ ਆਹ ਤਸ਼ੱਦਦ ਹੋਈ ਹੈ, ਉਹਨੂੰ ਇਨੋਸੈਂਟ ਸੀ, ਉਹਨੂੰ ਝੂਠੇ ਕੇਸਾਂ 'ਚ ਫਰੇਮ ਕੀਤਾ ਗਿਆ। ਉਹ ਫੈਮਿਲੀਜ਼ ਜੇ ਨਹੀਂ ਅੱਗੇ ਆਈਆਂ ਤਾਂ ਸੀਨੀਅਰ ਕੀ ਐਕਸ਼ਨ ਲੈਣਗੇ? ਐਵੀਡੈਂਸ ਤਾਂ ਉਹਨਾਂ ਨੇ ਲਿਆਉਣੀ ਸੀ ਨਾ। ਮੁਲਤਾਨੀ ਫੈਮਿਲੀ ਲੜਦੀ ਗਈ ਤੇ ਲੋ ਸੈਣੀ ਨਹੀਂ ਨਿਕਲਿਆ। ਲੁਧਿਆਣਾ ਸੈਣੀ ਮੋਟਰਸ ਦੇ ਜਿਹੜੇ ਫਾਈਨੈਂਸਰ ਸੀ, ਵਾਲੀਆ ਫੈਮਿਲੀ, ਉਹ ਲੜਦੇ ਗਏ ਤੇ ਲੋ ਅੱਜ ਸੈਣੀ ਉਹਦੇ ਟ੍ਰਾਇਲ ਫੇਸ ਕਰ ਰਿਹਾ ਹੈ। ਆਹ ਸੱਚਾਈ ਹੈ ਸਾਡੇ ਸਾਹਮਣੇ। ਤਾਂ ਬੇਸ਼ੱਕ ਇਹਦੇ 'ਤੇ ਵੀ ਅਸੀਂ ਗੱਲਬਾਤ ਅੱਗੇ ਕਰ ਸਕਦੇ, ਜਿੱਦਾਂ ਮੰਨ ਲਓ ਹੁਣ 2008 ਦੇ ਵਿੱਚ CBI ਦੇ ਵਿੱਚ ਇਹਦਾ ਕੇਸ ਚੱਲ ਰਿਹਾ ਸੀ। ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਬੰਦੇ ਨੂੰ, ਜਿਨ੍ਹਾਂ 'ਤੇ ਐਡੇ ਵੱਡੇ ਸੰਗੀਨ ਇਲਜ਼ਾਮ ਹੋਣ, ਉਹਨੂੰ DGP ਦੇ ਅਹੁਦੇ ਦੇ ਉੱਤੇ ਲਾ ਕੇ ਰੱਖਣਾ, ਔਰ ਉਸ ਤਰ੍ਹਾਂ ਦੇ ਜਿਹੜੇ ਬਿਲਕੁਲ ਸੈਂਸਿਟਿਵ ਮਸਲੇ ਉੱਥੇ ਇਹਨੂੰ ਸ਼ਾਮਲ ਹੋਣਾ, ਇਹਦੇ ਟੀਮਾਂ ਬਣਾਈਆਂ ਜਾਣੀਆਂ, ਸਪੈਸ਼ਲ SIT ਦੇ ਗਠਨ ਹੋਣੇ, ਤਾਂ ਉਹ ਕਾਫੀ ਫਿਰ ਵੀ ਕਿਤੇ ਨਾ ਕਿਤੇ ਆਪਦੇ ਆਪ 'ਚ ਸਵਾਲ ਤੇ ਹੈਗਾ। ਬਿਲਕੁਲ ਹੈਗਾ, ਬਿਲਕੁਲ ਹੈਗਾ, ਪਰ ਇਸੇ ਕਰਕੇ ਜਿਹੜੀ ਸਰਕਾਰ ਨੇ DGP ਲਾਇਆ ਸੀ ਉਹਨਾਂ ਨੂੰ ਹੀ ਹਟਾਉਣਾ ਪਿਆ। ਇਸੇ ਕਰਕੇ ਪਾਠ ਕਰਦੇ ਹੋਏ ਪਬਲਿਕ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਇਸੇ ਕਰਕੇ ਉਹਨਾਂ ਨੂੰ ਕਹਿਣਾ ਪਿਆ ਕਿ ਜੀ ਜਿਹਨੂੰ ਤੁਸੀਂ ਲਾਇਆ ਹੈ ਉਹਨੂੰ ਬਦਲੋ, ਉਹਨੂੰ ਹਟਾਓ। ਆਹੀ ਚੀਜ਼ ਹੋਈ ਤਾਂ ਅਸੀਂ ਜੇ ਬਾਈਬਲ ਕਲਾ ਗੋਲੀकांड ਦੀ ਗੱਲ ਕਰਦੇ ਹਾਂ, ਕੁਝ ਕੇਸ ਬਹੁਤ ਸਾਰੇ ਹੈਗੇ ਆ, ਕੁਝ ਵੱਡੇ ਕੇਸ ਤੁਸੀਂ ਦੇਖ ਰਹੇ ਹੋ, ਪਰ ਚਰਚਿਤ ਕੇਸ ਹੈ ਬਾਈਬਲ ਕਲਾ ਗੋਲੀकांड ਦਾ। ਸਰਕਾਰ ਵੀ ਬਣ ਚੁੱਕੀ ਹੈ, ਦੂਜੀ ਵਾਰੀ ਆਉਣ ਵਾਲੀ ਹੈ, ਤਾਂ ਉਹਦੇ 'ਚ ਜਿਹੜਾ ਸੁਮੇਧ ਸੈਣੀ ਨੂੰ ਸੇਕ ਲੱਗ ਸਕਦਾ, ਕਿਸ ਤਰ੍ਹਾਂ ਦਾ ਲੱਗ ਸਕਦਾ? ਦੇਖੋ, ਉਹ ਤਫਤੀਸ਼ ਦੇ ਵਿੱਚ ਬਾਹਰ ਆਊਗਾ, ਉਸ ਚੀਜ਼ ਦਾ ਕੋਈ ਆਈਡੀਆ ਨਹੀਂ। ਜਦੋਂ ਮੈਟਰ ਅੰਡਰ ਇਨਵੈਸਟੀਗੇਸ਼ਨ ਹੁੰਦਾ ਹੈ, ਮੈਂ ਉਹਦੇ 'ਤੇ ਕੁਝ ਕਮੈਂਟ ਨਹੀਂ ਕਰਦਾ, ਬਿਕੋਜ਼ ਇਨਵੈਸਟੀਗੇਸ਼ਨ ਦੀਆਂ ਡਿਟੇਲਸ ਮੇਰੇ ਕੋਲ ਨਹੀਂ ਹੁੰਦੀਆਂ। ਉਹ ਤਾਂ ਜਦੋਂ ਕੋਰਟ ਦੇ ਵਿੱਚ ਅਸੀਂ ਮੈਟਰ ਲੈ ਆਉਂਦੇ ਹਾਂ, ਮੈਂ ਤਾਂ ਉਦੋਂ ਦੇਖ ਕੇ ਉਸ ਹਿਸਾਬ ਨਾਲ ਚੀਜ਼ ਦੱਸਦਾ। ਉਹੀ ਮੈਂ ਹੁਣ ਕਹਿ ਰਿਹਾ। ਤਾਂ ਜਾਂਦੇ ਜਾਂਦੇ ਇਹੋ ਹੈ ਵੀ ਜਦੋਂ ਅਸੀਂ ਕਿਸੇ ਇਸ ਤਰ੍ਹਾਂ ਦੇ ਬੰਦੇ ਦੇ ਖਿਲਾਫ ਕੰਮ ਕਰਦੇ ਹਾਂ, ਤੁਸੀਂ ਤੁਹਾਡੀ ਇਹ ਪ੍ਰੋਫੈਸ਼ਨ ਆ, ਵਕਾਲਤ ਕਰਦੇ ਹੋ, ਤਾਂ ਇਹ ਪਤਾ ਜੱਗ ਜ਼ਾਹਰ ਹੈ ਚੀਜ਼ਾਂ ਵੀ ਇੰਨਾ ਸਾਲ ਇਹ ਚੀਜ਼ਾਂ ਇਹਨਾਂ ਬੰਦਿਆਂ ਨੂੰ ਅੱਜ ਵੀ ਜੱਜ ਸਿਕਿਉਰਿਟੀ ਹੈ, ਸਰਕਾਰੀ ਢਾਂਚਾ ਬਣਿਆ ਹੋਇਆ ਵੀ ਇੱਥੇ ਰੈਪਿਸਟ ਨੂੰ, ਮਰਡਰ ਨੂੰ ਜੱਜ ਸਿਕਿਉਰਿਟੀਆਂ ਮਿਲਦੀਆਂ ਰਹੀਆਂ ਨੇ, ਚਾਹੇ ਉਹ ਕੋਈ ਡੇਰੇ ਦਾ ਮੁਖੀ ਹੋਵੇ, ਚਾਹੇ ਉਹ ਕੋਈ ਲੀਡਰ ਹੋਵੇ, ਚਾਹੇ ਕੋਈ ਇਸ ਤਰ੍ਹਾਂ ਦਾ ਪੁਲਿਸ ਅਫਸਰ ਹੋਵੇ। ਤਾਂ ਕਦੇ ਤੁਹਾਡੇ 'ਤੇ ਵੀ ਇਹਨਾਂ ਵੱਲੋਂ ਕੋਈ ਦਬਾਅ ਜਾਂ ਕੁਛ ਹੋਰ ਤਰ੍ਹਾਂ ਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ? ਕਿਉਂਕਿ ਇੱਥੇ ਮੀਡੀਆ 'ਤੇ ਵੀ ਪਾਉਂਦੇ ਰਹੇ। ਨਹੀਂ, ਦਬਾਅ ਉਹਦੇ 'ਤੇ ਪੈ ਜਾਂਦਾ ਜੀ ਜਿਹਨੂੰ ਪਵਾਉਣਾ ਹੁੰਦਾ। ਮੇਰੇ 'ਤੇ ਨਾ ਦਬਾਅ ਪਾਇਆ, ਨਾ ਕੋਸ਼ਿਸ਼ ਕੀਤੀ ਹੈ। ਡਰਾਉਣ ਧਮਕਾਉਣ ਦੀ ਜੇ ਕੋਈ ਕਰਨੀ ਵੀ ਚਾਹਵੇ ਤਾਂ ਦੇਖੋ, ਮੇਰਾ ਬੜਾ ਸਿੰਪਲ ਜਿਹਾ ਰਾਹ ਹੈ ਜ਼ਿੰਦਗੀ ਦਾ। ਕਹਿੰਦੇ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋ ਮੈਂ ਉਸ ਤੋਂ ਬਿਯੋਂਡ ਸੋਚਦਾ ਹੀ ਨਹੀਂ। ਜਿਹਨੇ ਧਮਕਾਉਣਾ ਹੈ, ਲੱਗਦਾ ਕਿ ਧਮਕਾ ਕੇ ਮੈਨੂੰ ਡਰਾ ਸਕਦਾ ਹੈ, ਮੋਸਟ ਵੈਲਕਮ, ਟਰਾਈ ਕਰ ਲੈਣ। ਮੈਂ ਡਰਨ ਵਾਲਿਆਂ 'ਚੋਂ ਵੀ ਨਹੀਂ ਹਾਂ। ਜੇ ਡਰਦਾ ਹੁੰਦਾ ਇੰਨੇ ਸਾਲ ਲੜਦਾ ਨਾ। ਮੈਂ ਤਾਂ ਸੈਣੀ ਦੇ ਖਿਲਾਫ ਉਦੋਂ ਲੜ ਲਿਆ ਜਦੋਂ ਇਹ ਪਾਵਰ ਦੀ ਪੀਕ 'ਤੇ ਸੀ। ਹੁਣ ਤਾਂ ਰਿਟਾਇਰ ਹੋ ਗਿਆ। ਮੈਂ ਉਸ ਵੇਲੇ ਲੜਿਆ ਜਦੋਂ ਮੀਡੀਆ ਵੀ ਕਹਿ ਰਿਹਾ ਸੀ ਕਿ ਸੈਣੀ ਦਾ ਕੁਛ ਨਹੀਂ ਵਿਗੜਨਾ। ਸੋ ਇਸ ਕਰਕੇ ਮੈਨੂੰ ਕੋਈ ਡਰ ਨਹੀਂ, ਨਾ ਇਹ ਮੈਨੂੰ ਧਮਕਾ ਸਕੇ, ਨਾ ਧਮਕਾ ਸਕਣਗੇ। ਮੈਂ ਤਾਂ ਇੰਨਾ ਜਾਣਦਾ, ਕਬੀਰ ਜੀ ਨੇ ਕਿਹਾ ਸੀ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛੱਡੇ ਖੇਤ। ਮੈਦਾਨ ਮੈਂ ਛੱਡਦਾ ਨਹੀਂ, ਫਤਿਹ ਹਾਸਿਲ ਵੀ ਕਰਾਂਗਾ। ਤੁਹਾਡੇ ਦਰਸ਼ਕਾਂ ਦੀਆਂ ਦੁਆਵਾਂ ਅਰਦਾਸਾਂ ਨਾਲ ਨੇ, ਇਨਸਾਫ ਵੀ ਦਿਵਾਵਾਂਗਾ, ਔਰ ਸੈਣੀ ਵਰਗੇ ਨੂੰ ਤੇ ਪਾਪਾਂ ਦੀ ਸਜ਼ਾ ਵੀ ਦਿਵਾਵਾਂਗਾ। ਸੁਮੇਧ ਸੈਣੀ ਜਿਹੜਾ ਕਿ ਪੰਜਾਬ ਪੁਲਿਸ ਦਾ ਚਰਚਿਤ ਅਫਸਰ, ਬੇਸ਼ੱਕ ਉਹ ਅੱਜ ਵੱਡੀ ਪਦਵੀ 'ਤੇ ਨਹੀਂ ਹੈਗਾ, ਪਰ ਨਾਮ ਜਿਹੜਾ ਬਹੁਤ ਸਾਰੇ ਵਿਵਾਦਾਂ 'ਚ ਵੀ ਹੈ, ਅਤੇ ਇਹ ਗੱਲ ਸਪਸ਼ਟ ਹੈ ਕਿ ਉਹਨੂੰ ਲੰਮਾ ਸਮਾਂ ਜਿਹੜਾ ਕਿ ਉਹਦੀ ਪੁਸ਼ਤ ਪਨਾਹੀ ਕਰਕੇ ਕੁਛ ਵੱਡੇ ਪਰਿਵਾਰਾਂ ਨੇ, ਕੁਛ ਵੱਡੀਆਂ ਸਿਆਸੀ ਪਾਰਟੀਆਂ ਨੇ ਉੱਥੇ ਰੱਖਿਆ ਜਿੱਥੇ ਉਹ ਨਹੀਂ ਸੀ ਹੋਣਾ ਚਾਹੀਦਾ। ਤਾਂ ਅੱਜ ਉਹਨਾਂ ਲੋਕਾਂ ਦੀਆਂ ਜਿਹੜੀਆਂ ਰੂਹਾਂ, ਜਿਨ੍ਹਾਂ ਨੂੰ ਤਸ਼ੱਦਦ ਕਰਕੇ, ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਸ ਵਕਤ ਸੈਣੀ ਔਰ ਸੈਣੀ ਦੀ ਪੂਰੀ ਜੁੰਡਲੀ ਨੇ ਮਾਰ ਮੁਕਾਇਆ, ਉਹਨਾਂ ਦੀਆਂ ਰੂਹਾਂ ਜ਼ਰੂਰ ਕਰਲਾਉਂਦੀਆਂ ਹੋਣਗੀਆਂ। ਉਹਨਾਂ ਦੇ ਪਰਿਵਾਰਾਂ ਦੀਆਂ ਜਿਹੜੀਆਂ ਅਰਦਾਸਾਂ ਔਰ ਮਿੰਨਤਾਂ ਤਰਲੇ ਆ, ਉਹ ਰੰਗ ਲਿਆਉਣਗੇ। ਪ੍ਰਦੀਪ ਵਿਰਕ ਜਿਹੜੇ ਵਕੀਲ ਹੈਗੇ ਆ, ਉਹ ਉਸ ਮਸਲੇ ਦੇ ਕੁਝ ਕੇਸ ਇਹਨਾਂ ਦੇ ਕੋਲੇ, ਉਸ ਤੋਂ ਇਲਾਵਾ ਭ੍ਰਿਸ਼ਟਾਚਾਰੀ ਦੇ ਕੇਸ ਆ, ਕੁਛ ਹੋਰ ਕੇਸ ਆ, ਉਹ ਸੁਮੇਧ ਸੈਣੀ 'ਤੇ ਲਗਾਤਾਰ ਖੁੱਲ੍ਹ ਰਹੇ ਆ।
ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ। ਸ਼ੁਕਰੀਆ ਜੀ।